ਕਿੰਨੀ ਵਾਰੀ ਆਪਾਂ ਗੱਲ ਕਰ ਚੁੱਕੇ ਹਾਂ ਕਿਉਂਕਿ ਬਾਰ-ਬਾਰ ਕਹਿੰਦੇ ਜੀ ਸਾਡਾ ਸੁਪਰੀਮ ਕੋਰਟ ਤੋਂ ਸਟੇ ਹੈ। ਆਹ ਪਈ ਜਜਮੈਂਟ ਆਇਆ ਜੀ, ਨੰਬਰ ਵੀ ਦੇਖ ਲਓ, ਆਹ ਨੰਬਰ ਲਿਖਿਆ ਜੀ, ਨੰਬਰ ਦੇਖੋ, ਆਹ ਪੂਰੀ ਪੜ੍ਹ ਲਓ, ਇਹਦੀ ਕਾਪੀ ਪਲੀਜ਼ ਇੱਕ ਵਾਰੀ ਸਾਰਿਆਂ ਨੂੰ ਪਬਲਿਸ਼ ਕਰ ਦਿਓ। ਆਹ ਫਰੰਟ ਪੇਜ ਆ, ਇਹਦੀ ਬੈਕ ਸਾਈਡ ਤੇ 2 ਪੈਰਾਗ੍ਰਾਫ ਆ ਰਹੇ ਇਹਦੇ ਪਿੱਛੇ, ਇੱਕ ਕਾਪੀ ਪਬਲਿਸ਼ ਕਰ ਦਿਓ। ਮੈਨੂੰ ਕਿਤੇ ਵੀ ਇੱਕ ਵਰਡ ਸਟੇ ਦਿਖਾ ਦਿਓ ਕਿ ਸਟੇ ਕਿੱਥੇ ਹੈ। पूरा मामला है की सी क्योंकि मीडिया भी हुण तक पूरी चीज़ चलाता रहा है। उहदे च NDPC एक्ट की गल हुंदी है, डिटेल जानकारी हजे बहुत सारे लोगों को हो सकता है या तो याद ना रही हो या हो सकता है कि उन्होंने ना पता हो। इसकी शुरुआत कित्थों हुई, जड़ कित्थे लगी सी इस पूरे मामले? देखो ये ईजी मनी का रास्ता आ। इन्होंने अपना एक बंदा तैयार किया जिसका नाम गुरदेव सिंह देवी, ਉਹਨੂੰ ਉੱਥੇ ਪਿੰਡ ਲੱਖਣ ਕੇ ਪੱਡੇ ਦਾ ਸਰਪੰਚ ਵੀ ਬਣਾਇਆ। ਉਸ ਤੋਂ ਬਾਅਦ ਸਾਡੇ ਢਿਲਮਾ ਜਿਹੜਾ ਆ ਬਲਾਕ ਪੈਂਦਾ, ਉੱਥੇ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗਾ। ਹੁਣ ਜਦੋਂ ਹਾਈ ਕੋਰਟ ਦੇ ਵਿੱਚ ਤਰੀਕ ਪੈਂਦੀ, ਉੱਧਰੋਂ SSP ਜਿਹੜੇ ਆ ਉਹ ਪੇਸ਼ ਹੁੰਦੇ ਆ, ਉਹ ਆਪਣਾ ਐਫੀਡੇਵਿਟ ਦੇ ਦਿੰਦੇ ਆ। ਉਹ ਕਹਿੰਦੇ ਜੀ ਪਰਚੇ ਸੁਖਪਾਲ ਖਹਿਰੇ ਦਾ ਨਾਮ ਹੈ ਨਹੀਂਗਾ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹਨਾਂ ਦਾ ਐਂਗਲ ਜ਼ਰੂਰ ਹੈਗਾ, ਅਸੀਂ ਇਹਨਾਂ ਨੂੰ ਕਦੇ ਨਾਮਜ਼ਦ ਨਹੀਂ ਕੀਤਾ ਕਿਸੇ ਵੀ ਥਾਂ 'ਤੇ। ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਮੇਰਾ ਕਿਤੇ ਪਰਚੇ ਜਾਂ ਕਿਤੇ ਨਾਮ ਹੈ ਨਹੀਂਗਾ, ਉਹਨਾਂ ਨੇ ਉਹ ਜਿਹੜੀ ਇਹ ਵਿਡਰਾਅ ਕਰ ਲਈ। ਉਦੋਂ ਅਜਿਹਾ ਕੀ ਮਿਲਿਆ ਸੀ, ਉਹਦੇ ਪੁਖਤਾ ਐਵੀਡੈਂਸ ਮਿਲੇ ਸੀਗੇ ਜਿਹਦੇ ਆਧਾਰ ਦੇ ਉੱਤੇ ਆਖਰ ਉਸ ਸਮੇਂ ਉਹ ਬੁਲਾਇਆ ਗਿਆ? ਉਹਨਾਂ ਨੂੰ ਕੀ ਅਜਿਹੀ ਚੀਜ਼ ਮਿਲੀ ਸੀਗੀ? ਇਹਨਾਂ ਦੀ ਜਿਹੜੀ ਵਿੱਚ ਐਪਲੀਕੇਸ਼ਨ ਸੀ 319 ਦੀ, ਉਹ ਕਨਵਿਕਸ਼ਨ ਤੇ ਸੈਂਟੈਂਸ ਤੋਂ ਵਿੱਚ ਸੀਗੀ। ਇੱਥੇ ਕਿਤੇ ਭਗਵੰਤ ਮਾਨ ਸਿੰਘ ਲਿਖਿਆ ਹੋਵੇ ਜਾਂ ਇਹਦੇ ਤੇ ਕਿਸੇ ਕੋਈ ਸਰਕਾਰ ਦੇ ਬੰਦੇ ਦੀ ਕੋਈ ਮੋਹਰ ਤਾਂ ਨਹੀਂ। ਜੁਡੀਸ਼ਰੀ ਹੈ ਨਾ, ਇਹਨਾਂ ਦੇ ਵੀ ਜੀਜਾ ਜੀ ਰਿਟਾਇਰ ਹੋਏ ਆ ਹਾਈ ਕੋਰਟ ਜੱਜ, ਇਹਨਾਂ ਦੇ ਅਜੇ ਵੀ ਰਿਸ਼ਤੇਦਾਰ ਜੱਜ ਬੈਠੇ ਆ, ਇਹਨਾਂ ਦੇ ਇਨਫੈਕਟ AG ਆਫਿਸ 'ਚ ਵੀ ਬੈਠੇ ਆ। ਤੇ ਇਹ ਸਰਕਾਰ ਤਾਂ ਨਹੀਂ ਨਾ, ਦਿਸ ਇਜ਼ ਅ ਕੋਰਟ। ਅੱਜ ਦੇ 'ਚ ਉਹਨਾਂ 36 ਥਾਂ ਆਪਣੀਆਂ ਆਪ ਕਟਿੰਗ ਲਾਈਆਂ ਆ, ਜਿੱਥੇ ਆਪ ਕਹਿੰਦੇ ਉਹ ਕਿ ਜੇ ਮਤਲਬ ਮੇਰੇ ਖਿਲਾਫ ਕਾਰਵਾਈ ਕਰਨੀ ਤਾਂ ਮੈਂ ਤਿਆਰ ਹਾਂ, ਮੇਰੇ ਖਿਲਾਫ ਕਰ ਲੈਣ, ਰੈਡੀ ਫੋਰ ਐਨੀ ਪ੍ਰੂਫ। ਖੈਰ ਅਜੇ ਟਰਾਇਲ ਚੱਲਿਆ ਨਹੀਂ, ਐਵੀਡੈਂਸ ਐਪਰੀਸ਼ੀਏਟ ਨਹੀਂ ਹੋਏ, ਉਧਰੋਂ ਵੀ ਕੇਸ ਚੱਲਿਆ ਨਹੀਂਗਾ, ਸਿੱਧਾ ਹੀ ਤੁਸੀਂ ਸੁਪਰੀਮ ਕੋਰਟ ਤੋਂ ਕਿੱਦਾਂ ਬਰੀ ਹੋ ਗਏ? ਸਿੱਧਾ ਹੀ ਮਤਲਬ ਇਹਨਾਂ ਲਈ ਕੋਈ ਫਲਾਈਓਵਰ ਵੱਖਰਾ ਲੱਗਾ, ਇਹਨਾਂ ਦੀ ਕਾਨੂੰਨ ਕੋਈ ਵੱਖਰਾ ਹੈ? ਵੀ ਆਹ ਦੇਖੋ ਕਿ ਆਹ 1984 ਦਾ ਪਰਚਾ, ਉਦੋਂ ਇਹ ਅਜੇ ਕਿਸੇ ਉੱਚ ਸਿਆਸਤ 'ਚ ਵੀ ਨਹੀਂ ਸੀਗੇ। ਉਹ ਆਰਮਜ਼ ਐਕਟ ਦੇ ਨਜਾਇਜ਼ ਹਥਿਆਰ ਰੱਖਣ ਦਾ ਪਰਚਾ, ਫਿਰ 84 ਦੇ ਵਿੱਚ ਆ ਚੋਰੀ ਦਾ ਪਰਚਾ, ਫਿਰ ਨਜਾਇਜ਼ ਹਥਿਆਰ, ਨਾਲੇ ਕੋਈ ਪੰਜਾਬ 'ਚ ਨਹੀਂ ਹਿਮਾਚਲ ਪ੍ਰਦੇਸ਼ 'ਚ ਆ ਤੇਲ ਚੋਰੀ ਦਾ ਪਰਚਾ ਇਹਨਾਂ ਦੇ। ਹੁਣ ਇਹ ਦੱਸੋ ਕਿ ਇਹਦੇ ਫਾਦਰ ਤੇ NSA ਦਾ ਪਰਚਾ ਇਹਦੇ ਫਾਦਰ ਤੇ ਹੋਇਆ ਸੀ। NSA ਲਿਆਂਦੀ ਕਿੰਨੇ ਸੀਗੀ? ਕਾਂਗਰਸ ਪਾਰਟੀ ਦੀ ਦੇਣ ਸੀ ਨਾ, ਸੈਂਟਰ 'ਚ ਗਵਰਨਮੈਂਟ ਕਾਂਗਰਸ ਦੀ ਸੀਗੀ, ਕਾਂਗਰਸ ਨੇ ਇਹਦੇ ਫਾਦਰ ਤੇ ਪਰਚਾ ਕੀਤਾ, ਉਸੇ ਕਾਂਗਰਸ ਨੂੰ ਇਹ ਜੁਆਇਨ ਕਰ ਗਿਆ। ਤੇ ਹੁਣ ਫਿਰ ਗਾਲਾਂ ਕੱਢਦਾ ਸੀ NSA ਵਾਲੀਆਂ, ਉਹ ਇਲੈਕਸ਼ਨ 'ਚ ਵੀ ਲੜਦਿਆਂ ਕਹਿੰਦਾ ਸੀਗਾ ਜੂਆਪਾ ਲਾਤੀ, ਫਲਾਣਾ ਲਾਤਾ ਜੂਆਪਾ। ਫਿਰ ਉਦੋਂ ਕੈਪਟਨ ਅਮਰਿੰਦਰ ਸਿੰਘ ਨਹੀਂ ਸੀ, ਉਹਨੂੰ ਕਿਉਂ ਜੁਆਇਨ ਕਰ ਗਿਆ? ਇਹਨੇ ਕੀ ਕੀਤਾ? ਇਹਨੇ ਪੰਜਾਬ ਦਾ ਯੂਥ ਇਹਦੇ ਫਾਦਰ ਨੇ ਨਾਰੇ ਲਾ ਕੇ ਤੋਰਿਆ, ਬਾਅਦ 'ਚ ਉਹਨਾਂ ਦੀ ਕੀਤੀ ਮੁਖਬਰੀ, ਉਹੀ ਬੰਦੇ ਮਰਾਏ, ਆਪ ਪੋਲੀਟੀਕਲ ਰੈਂਕਸ 'ਚ ਰਾਈਜ਼ ਕੀਤਾ। ਉਹਦੇ ਵਿੱਚ ਇੱਕ ਜਿਹੜਾ ਇੱਕ ਕਹਿ ਸਕਦੇ ਬੰਦਾ, ਉਹ ਮੇਰੇ ਫਾਦਰ ਵੀ ਸੀਗੇ। ਮੇਰੇ ਫਾਦਰ ਦੇ ਘੱਟੋ ਘੱਟ ਨਹੀਂ ਤਾਂ 5 ਦੋਸਤ ਸੀਗੇ ਜਿਹੜੇ ਜਾਲੀ ਇਨਕਾਊਂਟਰ ਦੇ ਵਿੱਚ ਮਰਵਾਏ ਇਹਨਾਂ ਨੇ। ਇਹ ਚੀਜ਼ ਨੂੰ ਲੈ ਕੇ ਜੇ ਕਿਹਾ ਜਾਵੇ, ਇਹ ਸਾਰੀਆਂ ਚੀਜ਼ਾਂ ਫੈਕਟ ਨੇ, ਜਿੰਨੀਆਂ ਗੱਲਾਂ ਤੁਸੀਂ ਕਰੀਆਂ ਨੇ, ਕੱਲ ਨੂੰ ਜੇ ਸੁਖਪਾਲ ਖਹਿਰਾ ਆ ਕੇ ਚੈਲੰਜ ਕਰ ਦੇਣ ਵੀ ਭਾਈ ਇਹ ਮੁੰਡੇ ਨੂੰ ਤਾਂ ਝੂਠ ਬੋਲਦਾ ਕਰਨ ਜੀ ਸਦਕੇ, ਮੈਂ ਤਾਂ ਆਈ ਵਾਸ ਵੇਟਿੰਗ ਫॉर ਇਟ। ਅਸੀਂ ਤਾਂ ਠੋਕ ਕੇ ਕਹਿੰਦੇ ਆ। ਨਾਲੇ ਦੂਜੀ ਗੱਲ ਹੈ ਬੜੀ ਸਾਫ਼ ਜੀ, ਇਹਨਾਂ ਦੇ ਨਾ ਫੈਮਿਲੀ ਜਿਹੜੀ ਬੇਸਿਕਲੀ ਹੁਣ ਕੋਈ ਮੰਨੇ ਨਾ ਮੰਨੇ, ਆ ਕਈ ਵਾਰੀ ਗਰਮ ਖਿਆਲੀ ਬੜਾ ਜੀ ਸੈਲੀਬ੍ਰੇਟ ਕਰਦੇ ਇਹਨਾਂ ਨੂੰ। ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਡਬਲ ਏਜੰਟ ਹੈ। ਮੈਨੂੰ ਇਹ ਨਹੀਂ ਸਮਝ ਲੱਗਦੀ ਸਾਰੀ ਬਦਲਾਖੋਰੀ ਇਹਨਾਂ ਤੋਂ ਹੀ ਆ ਸਾਰਿਆਂ ਨੂੰ। ਅਸਲ 'ਚ ਕੰਸਰਨ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਹੱਲ ਕੀ ਹੈ। ਹੱਲ ਇਹ ਹੈ ਕਿ ਸਾਰੇ ਜਾਣੇ ਇਕੱਠੇ ਹੋ ਜਾਣ ਤੇ ਇਹਨਾਂ ਨੂੰ ਬਣਾ ਦੇਣ ਚੀਫ ਮਿਨਿਸਟਰ। ਸ਼ਾਂਤੀ ਫਿਰ ਵੀ ਨਹੀਂ ਆਉਣੀ ਇਹਨਾਂ ਨੂੰ ਫਿਰ ਪ੍ਰਾਈਮ ਮਿਨਿਸਟਰ ਬਣਾਉਣਾ ਪੈਣਾ ਆ, ਫਿਰ ਉਹ ਤੋਂ ਗਾਂ ਫਿਰ ਗੱਲ ਹੱਲ ਮੁੱਕਣਾ ਹੋਈ। ਸਤਿ ਸ਼੍ਰੀ ਅਕਾਲ। ਅੱਜ ਚੜ੍ਹਦੀ ਸਵੇਰ ਜੇ ਕਹੀਏ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਪੁਲਿਸ ਟੀਮਾਂ ਉਹਨਾਂ ਦੇ ਚੰਡੀਗੜ੍ਹ ਦੇ ਘਰੇ ਪਹੁੰਚਦੀਆਂ ਨੇ ਤੇ ਉਦੋਂ ਬਾਅਦ ਦੇ ਵਿੱਚ ਹਾਲਾਂਕਿ ਉਹ ਖੁਦ ਵੀ ਮੈਸੇਜ ਪਾਉਂਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ, ਲਾਈਵ ਵੀ ਹੁੰਦੇ ਨੇ। ਪਰ ਇਹਨਾਂ ਸਾਰਿਆਂ ਦੇ ਵਿੱਚ ਜੇ ਦੇਖਿਆ ਜਾਵੇ, ਸਭ ਤੋਂ ਵੱਡੀ ਗੱਲ ਹੈ ਉਸ ਸੁਪਰੀਮ ਕੋਰਟ ਦੇ ਫੈਸਲੇ ਦੀ। ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਪੂਰਾ ਮੈਟਰ ਜਾਂਦਾ ਹੈ, ਐਕਚੁਅਲ 'ਚ ਮੈਟਰ ਕੀ ਸੀ ਉਹ ਵੀ ਗੱਲ ਕਰਾਂਗੇ, ਪਰ ਸੁਪਰੀਮ ਕੋਰਟ ਦੇ ਵੱਲੋਂ ਰਾਹਤ ਅਜਿਹੀ ਕਿਹੜੀ ਸੀ ਕਿ ਜਿਹਦੇ ਕਰਕੇ ਜੇ ਕਿਹਾ ਜਾਵੇ ਪੁਲਿਸ ਨਹੀਂ ਸੀ ਛੇੜ ਸਕਦੀ, ਤੇ ਹੁਣ ਫਿਰ ਛੇੜ ਕਿਵੇਂ ਲਿਆ ਆਖਰ? ਕਿਉਂਕਿ ਜਿਹੜੇ ਸੁਖਪਾਲ ਖਹਿਰਾ ਦੇ ਬੇਟੇ ਨੇ, ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ ਜਦੋਂ ਮੀਡੀਆ ਉਹਨਾਂ ਨੂੰ ਪੁੱਛਦਾ ਹੈ ਵੀ ਭਾਈ ਗ੍ਰਿਫਤਾਰੀ ਕਿਵੇਂ ਹੋ ਗਈ, ਮਸਲਾ ਕੀ ਹੈ। ਇਹ NDPC ਐਕਟ ਦਾ ਉਹੀ ਮਾਮਲਾ ਹੈ ਜਿਹੜਾ ਹੁਣ ਤੋਂ ਕਈ ਸਾਲ ਪਹਿਲਾਂ ਰੌਲਾ ਪੈਂਦਾ ਸੁਣਦਾ ਸੀ। ਪਹਿਲਾਂ ਉਹਨਾਂ ਦੀ ਗੱਲ ਸੁਣ ਲੈਂਦੇ ਉਹਨਾਂ ਦੇ ਬੇਟੇ ਦੀ, ਤੇ ਉਦੋਂ ਬਾਅਦ ਹੀ ਫਿਰ ਗੱਲ ਕਰੀਏ। ਮੇਰੇ ਨਾਲ ਹਰਸਿਮਰਨ ਹੋਣਗੇ, ਇਹਨਾਂ ਦੇ ਨਾਲ ਗੱਲ ਕਰਾਂਗੇ ਕਿ ਕਿਉਂਕਿ ਵਕੀਲ ਦੀ ਹੀ ਭਾਸ਼ਾ ਸਮਝ ਵੀ ਸਕਦਾ, ਜਵਾਬ ਵੀ ਦੇ ਸਕਦਾ, ਤੇ ਸੁਪਰੀਮ ਕੋਰਟ ਦੇ ਆਰਡਰ ਵੀ ਨੇ ਵੀ ਸੁਪਰੀਮ ਕੋਰਟ ਦੇ ਆਰਡਰ ਕੀ ਸੀਗੇ ਕਿ ਉਹ 'ਚ ਬਿਲਕੁਲ
ਰਾਇ ਦਿੱਤੀ ਸੀ ਸੁਖਪਾਲ ਖਹਿਰਾ ਨੂੰ। ਸਾਡਾ ਸਮਨਿੰਗ ਆਰਡਰ ਜਿਹੜਾ ਹੈ ਉਹ ਕੁਆਸ਼ ਹੋ ਚੁੱਕਾ ਹੈ। ਸੁਪਰੀਮ ਕੋਰਟ ਨੂੰ ਇਹ ਲੱਗਿਆ ਕਿ ਜਿਹੜੀ ਸੁਖਪਾਲ ਖਹਿਰਾ ਦੇ ਖਿਲਾਫ ਐਵੀਡੈਂਸ ਹੈ ਉਹਦੇ ਆਧਾਰ ਤੇ ਇਹਨੂੰ ਐਨਡੀਪੀਐਸ ਕੇਸ ਤੇ ਸਮਨ ਨਹੀਂ ਕੀਤਾ ਜਾ ਸਕਦਾ। ਫਿਰ ਇੱਕ ਪਤਾ ਨਹੀਂ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਇੱਕ ਡੀਆਈਜੀ ਜਾਂ ਐਸਆਈਟੀ ਜਿਹੜੀ ਵੀ ਬਣੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਆਰਡਰ ਤੋਂ ਉੱਤੋਂ ਜਾਣ ਦੀ ਕੀ ਲੋੜ ਪਈ? ਜੇ ਅਸੀਂ ਕੋਈ ਹੁਣ ਗੱਲ ਹਰਸਿਮਰਨ ਜੀ ਇਹੀ ਆ, ਉਹ ਕਹਿੰਦੇ ਵੀ ਸੁਪਰੀਮ ਕੋਰਟ ਦੇ ਆਰਡਰ ਤੋਂ ਐਸਆਈਟੀ ਨੂੰ ਉੱਤੋਂ ਜਾਣ ਦੀ ਲੋੜ ਕੀ ਪਈ, ਜਾਂ ਇਹਨੂੰ ਕਾਨੂੰਨੀ ਦਾਇਰੇ 'ਚ ਕਰੀਏ ਕਿ ਐਸਆਈਟੀ ਉੱਪਰ ਜਾ ਸਕਦੀ ਸੀ? ਦੇਖੋ ਜੀ, ਉਹਨਾਂ ਨੇ ਵਿੱਚ ਇੱਕ ਵਰਡ ਯੂਜ਼ ਕੀਤਾ ਕਿ ਸੁਪਰੀਮ ਕੋਰਟ ਨੇ ਐਵੀਡੈਂਸ ਦੇਖੇ ਤੇ ਐਵੀਡੈਂਸ ਤੋਂ ਉਹਨਾਂ ਪਾਇਆ ਕਿ ਸੁਖਪਾਲ ਖਹਿਰਾ ਦੇ ਖਿਲਾਫ ਜਿਹੜੇ ਸਮਨ ਜਿਹੜੇ ਨਹੀਂ ਲਾਏ ਕਰਦੇ। ਮੈਨੂੰ ਇਹ ਦੱਸੋ, ਸੁਪਰੀਮ ਕੋਰਟ ਐਵੀਡੈਂਸ ਕਦੋਂ ਦੇਖਦੀ ਹੈ? ਐਵੀਡੈਂਸ ਤੇ ਸੁਪਰੀਮ ਕੋਰਟ ਦੇਖਦੀ ਨਹੀਂ, ਐਵੀਡੈਂਸ ਤਾਂ ਲੋਅਰ ਕੋਰਟ ਨੇ ਦੇਖਣਾ ਹੈ। ਟ੍ਰਾਇਲ ਚੱਲੂਗਾ ਤਾਂ ਐਵੀਡੈਂਸ ਹੋਣਗੇ। ਬੇਸਿਕਲੀ ਇਹ ਸੁਪਰੀਮ ਕੋਰਟ ਤੱਕ ਇਹਨਾਂ ਦੀ ਇੰਟੈਂਸ਼ਨ ਸੀਗੀ ਕਿ ਟ੍ਰਾਇਲ ਨਹੀਂ ਚੱਲਣ ਦੇਣਾ ਚਾਹੁੰਦੇ ਸੀਗੇ। ਮੈਂ ਬਾਰ-ਬਾਰ ਆਪਣੀ ਕੋਈ ਦਿਸ ਇਜ਼ ਨਾਟ ਆਵਰ ਫਰਸਟ ਇੰਟਰਵਿਊ, ਕਿੰਨੀ ਵਾਰੀ ਆਪਾਂ ਗੱਲ ਕਰ ਚੁੱਕੇ ਹਾਂ, ਕਿਉਂਕਿ ਬਾਰ-ਬਾਰ ਕਹਿੰਦੇ ਜੀ ਸਾਡਾ ਸੁਪਰੀਮ ਕੋਰਟ ਤੋਂ ਸਟੇ ਆ। ਆ ਪਈ ਜਜਮੈਂਟ, ਆ ਜੀ ਨੰਬਰ ਵੀ ਦੇਖ ਲਓ, ਆ ਨੰਬਰ ਲਿਖਿਆ ਜੀ, ਨੰਬਰ ਦੇਖੋ, ਆ ਪੂਰੀ ਪੜ੍ਹ ਲਓ। ਇਹਦੀ ਕਾਪੀ ਪਲੀਜ਼ ਇੱਕ ਵਾਰੀ ਸਾਰਿਆਂ ਨੂੰ ਪਬਲਿਸ਼ ਕਰ ਦਿਓ। ਆ ਫਰੰਟ ਪੇਜ ਆ, ਇਹਦੀ ਬੈਕ ਸਾਈਡ ਤੇ 2 ਪੈਰਾਗ੍ਰਾਫ ਆ ਰਿਹਾ ਇਹਦੇ ਪਿੱਛੇ। ਇਹ ਕਾਪੀ ਪਬਲਿਸ਼ ਕਰ ਦਿਓ, ਮੈਨੂੰ ਕਿਤੇ ਵੀ ਇੱਕ ਵਰਡ ਸਟੇ ਦਿਖਾ ਦਿਓ ਕਿ ਸਟੇ ਕਿੱਥੇ ਆ। ਇਹਦੀ ਹੁਣ ਪੂਰੀ ਆਪਾਂ ਘੋਖ ਜਾਰੀ ਕਰੀਏ। ਹੁਣ ਪਹਿਲਾਂ ਥੋੜਾ ਜਿਹਾ ਮਾਮਲਾ ਸਮਝਾਉਂਗੇ ਕਿ ਇਹ ਪੂਰਾ ਮਾਮਲਾ ਗੁਰਦੇਵ ਸਿੰਘ ਦਾ ਇੱਕ ਦਾ ਜ਼ਿਕਰ ਹੁੰਦਾ ਬਾਰੀ-ਬਾਰੀ, ਇਹ ਪੂਰਾ ਮਾਮਲਾ ਹੈ ਕੀ ਸੀ? ਕਿਉਂਕਿ ਮੀਡੀਆ ਵੀ ਹੁਣ ਤੱਕ ਪੂਰੀ ਚੀਜ਼ ਚਲਾਤਾ ਰਿਹਾ ਹੈ, ਉਹਦੇ ਚ ਐਨਡੀਪੀਸੀ ਐਕਟ ਦੀ ਗੱਲ ਹੁੰਦੀ ਹੈ। ਡਿਟੇਲ ਜਾਣਕਾਰੀ ਹਜੇ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਜਾਂ ਤਾਂ ਯਾਦ ਨਾ ਰਹੀ ਹੋਵੇ, ਜਾਂ ਹੋ ਸਕਦਾ ਕਿ ਉਹਨਾਂ ਨੂੰ ਨਾ ਪਤਾ ਹੋਵੇ। ਇਹਦੀ ਸ਼ੁਰੂਆਤ ਕਿੱਥੋਂ ਹੋਈ, ਜੜ ਕਿੱਥੇ ਲੱਗੀ ਸੀ ਇਸ ਪੂਰੇ ਮਾਮਲੇ? ਦੇਖੋ, ਇਹ ਤਾਂ ਇਹਨਾਂ ਦਾ ਨਾ ਜਿਹੜੇ ਫਾਦਰ ਸੀਗੇ ਉਹ ਡੀਐਸਪੀ ਸੀਗੇ ਪੰਜਾਬ ਪੁਲਿਸ, ਬਾਰਡਰ ਰੇਂਜ ਤੇ ਸੀਗੇ ਪੋਸਟਡ। ਉਹਨਾਂ ਦਾ ਹੀ ਇੱਕ ਵਾਰੀ ਜੇ ਤੁਸੀਂ ਘੋਖ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਉਹਨਾਂ ਨੇ ਰਿਟਾਇਰਮੈਂਟ ਨਹੀਂ ਲਈ ਸੀਗੀ। ਉਹਨਾਂ ਦੀ ਕੰਪਲਸਰੀ ਮਤਲਬ ਉਹਨਾਂ ਨੂੰ ਫੋਰਸਫੁਲੀ ਜਿਹੜਾ ਆ ਉਹ ਜੌਬ ਛੱਡਣੀ ਪਈ। ਕਿਉਂ ਛੱਡਣੀ ਪਈ? ਕਿਉਂਕਿ ਉਹਨਾਂ ਦੀ ਇਨਵੋਲਵਮੈਂਟ ਸੀ ਕੁਝ ਇਹੋ ਜਿਹੇ ਤਰੀਕੇ 'ਚ। ਉਸ ਤੋਂ ਬਾਅਦ ਉਹਨਾਂ ਨੇ ਸਿਆਸਤ ਛੱਡੀ, ਇਹ ਆ ਗਏ। ਦੇਖੋ, ਇਹ ਈਜ਼ੀ ਮਨੀ ਦਾ ਰਾਸਤਾ ਆ। ਇਹਨਾਂ ਨੇ ਆਪਣਾ ਇੱਕ ਬੰਦਾ ਤਿਆਰ ਕੀਤਾ ਜਿਹਦਾ ਨਾਂ ਗੁਰਦੇਵ ਸਿੰਘ ਦੇਬੀ, ਉਹਨੂੰ ਉੱਥੇ ਪਿੰਡ ਲੱਖਣ ਕੇ ਪੱਡੇ ਦਾ ਸਰਪੰਚ ਵੀ ਬਣਾਇਆ। ਉਸ ਤੋਂ ਬਾਅਦ ਸਾਡੇ ਢਲਮਾ ਜਿਹੜਾ ਆ ਬਲਾਕ ਪੈਂਦਾ, ਉੱਥੇ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗਾ ਉਹ। ਮੈਂ ਤੁਹਾਨੂੰ ਫੋਟੋ ਵੀ ਦਿਖਾ ਦਿੰਦਾ। ਇਨਫੈਕਟ ਇਹਨਾਂ ਦੇ ਨਾਲ ਉਹ ਕੱਲਾ ਇਹ ਨਹੀਂ ਕਿ ਆ ਰਿਹਾ ਗੁਰਦੇਵ ਸਿੰਘ ਦੇਬੀ, ਤੁਸੀਂ ਦੇਖ ਸਕਦੇ ਇਹ ਇਲੈਕਸ਼ਨ ਕੈਂਪੇਨ ਆ ਰਿਹਾ। ਗੁਰਦੇਵ ਸਿੰਘ ਦੇਬੀ, ਸੁਖਪਾਲ ਸਿੰਘ ਖਹਿਰਾ, ਮਹਿਤਾਬ ਸਿੰਘ ਖਹਿਰਾ। ਇਲੈਕਸ਼ਨ ਕੰਪੇਨਿੰਗ ਦੀ ਤੁਸੀਂ ਕਹੋਗੇ ਮੈਂ ਤੁਹਾਨੂੰ ਵੀਡੀਓ ਵੀ ਦੇ ਦੂੰਗਾ, ਹਰ ਚੀਜ਼ ਦੇ ਦੂੰਗਾ, ਹੋਰ ਵੀ ਰਿਕਾਰਡ ਆ। ਇਹਨਾਂ ਤੇ ਪਰਚਾ ਹੁੰਦਾ ਆ 5 ਤਰੀਕ 3 ਮਹੀਨਾ 2015 ਨੂੰ। 2017 ਚ ਇਹਨਾਂ ਨੂੰ ਸਜ਼ਾ ਹੋ ਜਾਂਦੀ। ਹੁਣ ਕੇਸ ਕਿੱਥੇ ਲਾਏ ਕਰਦਾ? ਸੁਖਪਾਲ ਸਿੰਘ ਖਹਿਰਾ ਵਿੱਚ ਕਿੱਦਾਂ ਆ ਗਏ? ਸੁਖਪਾਲ ਸਿੰਘ ਖਹਿਰਾ ਜਦੋਂ ਪਰਚਾ ਦਰਜ ਹੁੰਦਾ ਗੁਰਦੇਵ ਸਿੰਘ ਦੇਬੀ ਤੇ, ਸੁਖਪਾਲ ਸਿੰਘ ਖਹਿਰਾ ਹਾਈ ਕੋਰਟ ਭੱਜ ਜਾਂਦੇ ਆ ਕਿ ਸੀਬੀਆਈ ਨੂੰ ਜਾਂਚ ਦਿੱਤੀ ਜਾਵੇ। ਡਰ ਇਹਨਾਂ ਨੂੰ ਇਹ ਸੀਗਾ ਕਿਉਂਕਿ ਇਹਨਾਂ ਦੀ ਇਨਵੋਲਵਮੈਂਟ ਸੀਗੀ। ਅਜੇ ਨਾ ਉਹਨਾਂ ਦਾ ਐਫਆਈਆਰ ਚ ਨਾਮ, ਨਾ ਉਹਨਾਂ ਦਾ ਚਲਾਨ ਚ ਨਾਮ, ਕਿਤੇ ਵੀ ਉਹਨਾਂ ਦਾ ਨਾਮ ਹੀ ਨਹੀਂ। ਅਜੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਗੁਰਦੇਵ ਸਿੰਘ ਦੇਬੀ ਦੇ ਕੇਸ ਦੀ। ਉਸ ਸਮੇਂ ਸੁਖਪਾਲ ਖਹਿਰਾ ਚਲੇ ਗਏ ਸੀਗੇ। ਨਹੀਂ, ਸੁਖਪਾਲ ਸਿੰਘ ਖਹਿਰੇ ਦਾ ਕੋਈ ਨਾਂ ਇੱਥੇ ਨਹੀਂ ਸੀਗਾ, ਨਾ ਐਫਆਈਆਰ ਦੇ ਵਿੱਚ ਤੇ ਨਾ ਕਿਤੇ ਵੀ। ਇਹਨਾਂ ਦੇ ਦਿਲ ਚ ਕੀ ਡਰ ਸੀਗਾ ਕਿ ਇਹ ਹਾਈ ਕੋਰਟ ਭੱਜ ਗਏ। ਹਾਈ ਕੋਰਟ ਕਹਿੰਦੇ ਜੀ ਇਹ ਕੇਸ ਜਿਹੜਾ ਸੀਬੀਆਈ ਨੂੰ ਟ੍ਰਾਂਸਫਰ ਕੀਤਾ ਜਾਵੇ। ਇਹ ਇੱਕ ਨਾ ਤਰੀਕਾ ਹੁੰਦਾ, ਸੀਬੀਆਈ ਨੂੰ ਕਰ ਦਿਓ, ਟਾਈਮ ਪੈ ਜਾਵੇ, ਟਾਈਮ ਲੰਘ ਜੇ, ਠੰਡੇ ਬਸਤੇ ਪੈ ਜਾਵੇ, ਉਨੇ ਚਿਰ ਨੂੰ ਸੈਟਿੰਗ ਕਰ ਜਾਂਦੇ। ਹੁਣ ਜਦੋਂ ਹਾਈ ਕੋਰਟ ਦੇ ਵਿੱਚ ਤਰੀਕ ਪੈਂਦੀ, ਉਧਰੋਂ ਐਸਐਸਪੀ ਜਿਹੜੇ ਆ ਉਹ ਪੇਸ਼ ਹੁੰਦੇ ਆ, ਉਹ ਆਪਣਾ ਐਫੀਡੇਵਿਟ ਦੇ ਦਿੰਦੇ ਆ। ਉਹ ਕਹਿੰਦੇ ਜੀ ਪਰਚੇ ਸੁਖਪਾਲ ਖਹਿਰੇ ਦਾ ਨਾਮ ਹੈ ਨਹੀਂਗਾ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹਨਾਂ ਦਾ ਐਂਗਲ ਜ਼ਰੂਰ ਹੈਗਾ, ਅਸੀਂ ਇਹਨਾਂ ਨੂੰ ਕਿਤੇ ਨਾਮਜ਼ਦ ਨਹੀਂ ਕੀਤਾ ਕਿਸੇ ਵੀ ਥਾਂ ਤੇ। ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਮੇਰਾ ਕਿਤੇ ਪਰਚੇ ਜਾਂ ਕਿਤੇ ਨਾਮ ਹੈ ਨਹੀਂਗਾ, ਉਹਨਾਂ ਨੇ ਉਹ ਜਿਹੜੀ ਇਹ ਵਿਡਰਾਅ ਕਰ ਲਈ। ਜੇ ਤੇ ਇਮਾਨਦਾਰ ਹੁੰਦੇ ਵਿਡਰਾਅ ਨਾ ਕਰਦੇ, ਸੀਬੀਆਈ ਨੂੰ ਟ੍ਰਾਂਸਫਰ ਕਰਾਉਂਦੇ। ਵਿਡਰਾਅ ਕਰ ਲਈ, ਬਸ ਇਹਨਾਂ ਨੇ ਇੰਨਾ ਯਕੀਨੀ ਬਣਾਉਣਾ ਸੀਗਾ ਕਿਤੇ ਮੇਰਾ ਨਾਮ ਤਾਂ ਨਹੀਂ ਆ ਗਿਆ। ਹੁਣ ਜਦੋਂ ਕਿਉਂਕਿ ਚੱਲਦਾ ਆ ਰਿਹਾ ਸੀਗਾ ਸਿਸਟਮ, ਉਦੋਂ ਸਰਕਾਰ ਅਕਾਲੀ ਦਲ ਦੀ ਹੈ, ਮੈਂ ਦੱਸਣਾ ਚਾਹੁੰਦਾ 2015 ਦੀ ਗੱਲ ਆ। ਹੁਣ ਸਰਕਾਰ ਆ ਜਾਂਦੀ ਕਾਂਗਰਸ ਦੀ, 2017 ਦੀ ਗੱਲ ਆ। ਟ੍ਰਾਇਲ ਚੱਲਦਾ ਰਿਹਾ ਗੁਰਦੇਵ ਸਿੰਘ ਦੇਬੀ ਤੇ ਨਾਲ 11 ਜਾਣੇ ਹੋਰ। ਉਹ 11 ਜਾਣਿਆਂ 'ਚ ਇੱਕ ਇਮਤਿਆਜ਼ ਅਲੀ ਜਿਹਦਾ ਨੂੰ ਉਰਫ ਕਾਲਾ ਕਹਿੰਦੇ, ਉਹ ਪਾਕਿਸਤਾਨ ਦਾ ਵਸਿੰਦਾ ਆ, ਰਹਿਣ ਵਾਲਾ। ਤੇ ਉਹ ਬੰਦਾ ਇਹਦੇ ਚ ਕੇਸ ਚ ਇਨਵੋਲਵ ਸੀ। ਟੋਟਲ 11-9 ਜਾਣਿਆਂ ਨੂੰ ਜਿਹੜੀ ਹੈ ਸਜ਼ਾ ਜਿਹੜੀ ਹੈ ਉਹ ਅਜੇ ਸਜ਼ਾ ਨਹੀਂ ਹੋਈ। ਸਜ਼ਾ ਹੋਣ ਤੋਂ ਜਸਟ ਪਹਿਲਾਂ, ਮੰਨ ਲਓ 31 ਤਰੀਕ ਨੂੰ ਸੀਗੀ ਜਿਹੜੀ ਸਜ਼ਾ ਹੋਈ 10ਵੇਂ ਮਹੀਨੇ, ਉਦੋਂ 2017 ਦੇ ਵਿੱਚ ਸਜ਼ਾ ਹੋਣ ਤੋਂ 5 ਘੰਟੇ ਪਹਿਲਾਂ ਇੱਕ ਐਪਲੀਕੇਸ਼ਨ ਜਿਹੜੀ ਮੂਵ ਹੁੰਦੀ, ਮੈਂ ਤੁਹਾਨੂੰ ਅੱਗੇ ਵੀ ਇੱਕ ਉਦਾਹਰਨ ਦਿੱਤੀ ਸੀ ਕਿ ਮੰਨ ਲਓ ਕਿ ਕੋਈ ਕ੍ਰਾਈਮ ਹੋ ਗਿਆ, ਕਤਲ ਹੋ ਗਿਆ ਕਿਸੇ ਬੰਦੇ ਦਾ, ਉਹ ਕਤਲ ਕੀਤਾ 6 ਬੰਦਿਆਂ ਨੇ, 5 ਬੰਦੇ ਫੜੇ ਗਏ, 5 ਦੇ ਖਿਲਾਫ ਟ੍ਰਾਇਲ ਚੱਲ ਪਿਆ, ਉਹਨਾਂ ਨੂੰ ਸਜ਼ਾ ਦੇ ਉੱਥੇ ਤੱਕ ਪਹੁੰਚ ਗਏ। ਪਰ ਜਸਟ ਸਜ਼ਾ ਹੋਣ ਤੋਂ ਪਹਿਲਾਂ
ਇਹ ਪਾਇਆ ਗਿਆ ਕਿ ਕੋਰਟ ਨੂੰ ਐਵੀਡੈਂਸ ਇਦਾਂ ਦੇ ਮਿਲ ਗਏ ਕਿ ਨਹੀਂ ਯਾਰ ਛੇਵਾਂ ਬੰਦਾ ਵੀ ਸੀ। ਇਹਦਾ ਮਤਲਬ ਇਹ ਥੋੜਾ ਕਿ ਛੇਵਾਂ ਬੰਦਾ ਛੱਡਤਾ ਕਿਉਂਕਿ ਟ੍ਰਾਇਲ ਉੱਥੇ ਤੱਕ ਪਹੁੰਚ ਗਿਆ। ਛੇਵੇਂ ਨੂੰ ਕੋਰਟ ਸੱਦ ਸਕਦੀ। ਉਹੀ 319 ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਨੇ ਸੱਦਿਆ। ਸੱਦਣ ਤੋਂ ਬਾਅਦ ਉਹ ਜਿਹੜੇ ਉਹਨਾਂ ਨੇ ਨਾਨ ਬੇਲੇਬਲ ਵਾਰੰਟ ਕੱਢੇ ਸੀ ਇਹਨਾਂ ਦੇ ਖਿਲਾਫ ਫਾਜ਼ਿਲਕਾ ਕੋਰਟ ਨੇ। ਇਹ ਉਹਦੇ ਵਾਰੰਟਸ ਦੇ ਖਿਲਾਫ ਚੱਲ ਗਏ ਹਾਈ ਕੋਰਟ ਚਲੇ ਗਏ। ਹਾਈ ਕੋਰਟ ਜਾ ਕੇ ਹਾਈ ਕੋਰਟ ਨੇ ਇਹਨਾਂ ਨੂੰ ਕਿਹਾ ਕਿ ਇਹਦੇ ਚ ਪਾਕਿਸਤਾਨ ਦੇ ਨਾਲ ਇਨਵੋਲਵਮੈਂਟ ਹੈ, ਸਮਗਲਿੰਗ ਦੀ, ਨਸ਼ੇ ਦੀ, ਗੈਰ ਕਾਨੂੰਨੀ ਹਥਿਆਰਾਂ ਦੀ, ਤੇ ਕੋਈ ਆਮ ਗੱਲ ਨਹੀਂ ਗੀ। ਉਹਨਾਂ ਨੇ ਇਹਨਾਂ ਨੂੰ ਇਹ ਲਿਬਰਟੀ ਦਿੱਤੀ ਕਿ ਜਿਹੜੇ ਵਾਰੰਟ ਸੀਗੇ ਉਹਨਾਂ ਨੂੰ ਸਮਨਸ ਚ ਕਨਵਰਟ ਕਰਕੇ ਕਹਿਤਾ ਕਿ ਜਾ ਕੇ ਥੱਲੇ ਟ੍ਰਾਇਲ ਫੇਸ ਕਰੋ, ਕੇਸ ਲੜੋ, ਆਪਣੀ ਤੁਸੀਂ ਐਵੀਡੈਂਸ ਦਿਓ, ਪ੍ਰੋਸੀਕਿਊਸ਼ਨ ਆਪਣੇ ਹੀ ਦੇਵੇ। ਪਰ ਫਾਜ਼ਿਲਕਾ ਕੋਰਟ ਨੂੰ ਉਦੋਂ ਅਜਿਹਾ ਕੀ ਮਿਲਿਆ ਸੀ? ਉਹਦੇ ਪੁਖਤਾ ਐਵੀਡੈਂਸ ਮਿਲੇ ਸੀਗੇ ਜਿਹਦੇ ਆਧਾਰ ਦੇ ਉੱਤੇ ਆਖਰ ਉਸ ਸਮੇਂ ਉਹ ਬੁਲਾਇਆ ਗਿਆ। ਉਹਨਾਂ ਨੂੰ ਕੀ ਅਜਿਹੀ ਚੀਜ਼ ਮਿਲੀ ਸੀਗੀ? ਦੇਖੋ ਜੀ, ਆ ਫਾਈਲ ਆ, ਕੋਰਟ ਫਾਈਲ, ਮੈਂ ਤੁਹਾਨੂੰ ਦਿਖਾਉਣਾ। ਆ ਚੀਜ਼ ਤੇ ਤੁਸੀਂ ਧਿਆਨ ਮਾਰਿਓ। ਆ ਕਾਲ ਰਿਕਾਰਡ ਆ ਕੱਲੇ ਬੰਦੇ ਦਾ ਨੰਬਰ ਆ, ਤੁਸੀਂ ਦੇਖ ਸਕਦੇ ਆ। ਗੁਰਦੇਵ ਸਿੰਘ ਜਿਹੜਾ ਮੇਨ ਅਕਿਊਜ਼ ਸੀਗਾ, ਤੇ ਹਰਬੰਸ ਸਿੰਘ, ਸੁਭਾਸ਼ ਚੰਦਰ, ਇਹ ਸਾਰਿਆਂ ਨੂੰ ਸਜ਼ਾ ਹੋਈ। ਆਰੋਪੀ ਸਾਰਿਆਂ ਨੂੰ ਸਜ਼ਾ ਹੋ ਚੁੱਕੀ ਆ। ਸਿਰਫ ਇੱਕ ਨੀਲੂ, ਇੱਕ ਕਾਲੀ ਜਿਹੜਾ ਆ, ਕਿਉਂਕਿ ਬੇਸਿਕਲੀ ਉਹ ਹੈ ਹੀ ਪਾਕਿਸਤਾਨ ਦਾ ਸੀਗਾ, ਉਹਨੂੰ ਕਿੱਦਾਂ ਅਰੈਸਟ ਕਰ ਲੈਣਾ, ਉਹਨੂੰ ਸਜ਼ਾ ਕਿੱਦਾਂ ਦੇ ਲੈਣੀ। ਹਾਂ, ਤਾਂ ਬੇਸਿਕਲੀ ਇਹ ਭਗੌੜੇ ਸੀ, ਇਹ ਪੀਓ ਆ, ਬਾਕੀਆਂ ਨੂੰ ਜਿਹੜੀ ਇਹ ਸਜ਼ਾ ਹੋਗੀ। ਕੀ ਹੁੰਦਾ ਹੈ, ਟ੍ਰਾਇਲ ਇਦਾਂ ਚੱਲਦਾ ਆ। ਟ੍ਰਾਇਲ ਇਹ ਨਹੀਂ ਹੁੰਦਾ ਕਿ ਜੱਜ ਸਿੱਧਾ ਸਜ਼ਾ ਸੁਣਾ ਦਿੰਦਾ ਕਿ ਆ ਵੀ 20 ਸਾਲ ਦੀ ਤੈਨੂੰ ਸਜ਼ਾ। ਪਹਿਲਾਂ ਉਹਨਾਂ ਨੂੰ ਕਨਵਿਕਟ ਕੀਤਾ ਜਾਂਦਾ, ਕਨਵਿਕਸ਼ਨ ਤੈਅ ਹੁੰਦੀ, ਉਸ ਤੋਂ ਬਾਅਦ ਸਜ਼ਾ ਤੈਅ ਹੁੰਦੀ। ਇਹਨਾਂ ਦੀ ਜਿਹੜੀ ਵਿੱਚ ਐਪਲੀਕੇਸ਼ਨ ਸੀ 319 ਦੀ, ਉਹ ਕਨਵਿਕਸ਼ਨ ਤੇ ਸੈਂਟੈਂਸ ਤੋਂ ਵਿੱਚ ਸੀਗੀ। ਹਾਂ, ਹੁਣ ਆ ਜਿਹੜੀ ਤੁਹਾਨੂੰ ਮੈਂ ਅੱਗੇ ਆਰਡਰ ਦਿਖਾਇਆ ਸੀਗਾ ਆਪਣਾ ਸੁਪਰੀਮ ਕੋਰਟ ਦਾ, ਜਿਹੜਾ ਆ ਸੀਗਾ, ਇਹਦੇ ਵਿੱਚ ਇਹੀ ਤਾਂ ਗਲਤ ਸੀਗਾ। ਮੈਂ ਬਾਰ-ਬਾਰ ਲਾਸਟ ਟਾਈਮ ਵੀ ਤੁਹਾਨੂੰ ਕਹਿੰਦਾ ਸੀ, ਉਹ 'ਚ ਲਿਖਿਆ ਸੀਗਾ ਇਨ ਪ੍ਰੈਜ਼ੈਂਟ ਕੇਸ ਦੀ ਆਰਡਰ ਵਰ ਅੰਡਰ ਸੈਕਸ਼ਨ 319 ਹੈਜ਼ ਬੀਨ ਪਾਸਡ ਆਫਟਰ ਦੀ ਅਕਿਊਜ਼ਡ। ਆਫਟਰ ਨਹੀਂ ਸੀਗਾ ਯਾਰ, ਇਟ ਵਾਸ ਨਾਟ ਆਫਟਰ, ਇਟ ਵਾਸ ਇਨ ਬਿਟਵੀਨ। ਤਾਂ ਇਹ ਬੇਸਿਕਲੀ ਉੱਥੇ ਵੀ ਫਸਦੇ ਸੀ। ਰਿਵਿਊ ਸਰਕਾਰ ਨੂੰ ਪਾਉਣਾ ਚਾਹੀਦਾ ਸੀ, ਬਟ ਸਰਕਾਰ ਨੇ ਦੂਜਾ ਤਰੀਕਾ ਇਖਤਿਆਰ ਕੀਤਾ ਆ, ਜਿਹੜਾ ਸਹੀ ਬਣਦਾ ਵੀ ਹੈ ਮੇਰੇ ਹਿਸਾਬ ਨਾਲ। ਆ ਰਹੀ ਵੀ ਕੋਈ ਮਤਲਬ ਸਰਕਾਰ ਥੋੜਾ ਆ, ਕੋਰਟ ਦੀ ਜਜਮੈਂਟ ਹੈ ਨਾ। ਇੱਥੇ ਕਿਤੇ ਭਗਵੰਤ ਮਾਨ ਸਿੰਘ ਲਿਖਿਆ ਹੋਵੇ ਜਾਂ ਇਹਦੇ ਤੇ ਕਿਸੇ ਕੋਈ ਸਰਕਾਰ ਦੇ ਬੰਦੇ ਦੀ ਕੋਈ ਮੋਹਰ ਤਾਂ ਨਹੀਂ, ਜੁਡੀਸ਼ਰੀ ਹੈ ਨਾ। ਇਹਨਾਂ ਦੇ ਵੀ ਜੀਜਾ ਜੀ ਰਿਟਾਇਰ ਹੋਏ ਆ ਹਾਈ ਕੋਰਟ ਜੱਜ, ਇਹਨਾਂ ਦੇ ਅਜੇ ਵੀ ਰਿਸ਼ਤੇਦਾਰ ਜੱਜ ਬੈਠੇ ਆ, ਇਹਨਾਂ ਦੇ ਇਨਫੈਕਟ ਏਜੀ ਆਫਿਸ 'ਚ ਵੀ ਬੈਠੇ ਆ। ਤੇ ਇਹ ਸਰਕਾਰ ਤਾਂ ਨਹੀਂ ਨਾ, ਦਿਸ ਇਜ਼ ਅ ਕੋਰਟ। ਆ ਕੋਰਟ ਦੇ ਆਰਡਰ ਹੈ ਜੀ। ਤਰੀਕ ਪੜ੍ਹ ਲਿਓ ਇੱਕ ਵਾਰੀ। ਤਰੀਕ ਕਿੰਨੀ ਹੈ ਜੀ, ਆ ਦਿਖਾ ਦਿਓ ਇੱਕ ਵਾਰੀ। ਤਰੀਕ 13/4/2023। ਹੁਣ ਆ ਲਾਈਨ ਪੜ੍ਹ ਲਿਓ ਉੱਤੇ, ਮੈਂ ਤੁਹਾਨੂੰ ਪੜ੍ਹਾ ਦਿੰਦਾ ਨਾਲ ਨਾਲ। ਦੀ ਪ੍ਰੋਸੀਡਿੰਗ ਆਫ ਦਿਸ ਕੇਸ ਅਰਾਈਜ਼ਿੰਗ ਆਊਟ ਆਫ ਸਮਨਿੰਗ ਆਰਡਰ 31/10/2017 under section 319 CRPC pronounced by the learned predecessor of this court stand dropped without the prejudice to the right of state investigating agency SIT to carry out any investigation inquiry with regard to the involvement of applicant and other suspect in the smuggling of drugs to the present charge sheet or to present a charge sheet under section 173। ਹੁਣ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਕਿ 319 ਜਿਹੜੀ ਸੀਗੀ ਉਹ ਕਹਿੰਦਾ ਸਟੇ ਆ, ਉੱਤੇ ਤੇ ਸਟੇ ਕੁਆਸ਼ ਆ, ਠੀਕ ਆ। ਪਰ ਜੱਜ ਸਾਹਿਬ ਇਹ ਕਹਿੰਦੇ ਆ ਕਿ ਉਹ ਜਿਹੜੇ ਉਹ ਤੋਂ ਪ੍ਰੋਸੀਡਿੰਗ ਤੋਂ ਅੱਗੇ ਚੱਲਣ ਵਾਲਾ ਕੇਸ ਉੱਤੇ ਰੋਕ ਲਾ ਦਿੱਤੀ ਗਈ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਸਟੇਟ ਦੀ ਏਜੰਸੀ, ਸਟੇਟ ਦੀ ਪੁਲਿਸ ਜਿਹੜੀ ਉੱਤੇ ਕੋਈ ਬਾਰ ਆ ਜਾਂ ਉਹਨਾਂ ਤੇ ਕੋਈ ਰਿਸਟ੍ਰਿਕਸ਼ਨ ਹੈ ਜਾਂ ਉਹਨਾਂ ਤੇ ਕੋਈ ਰੋਕ ਆ ਕਿ ਉਹ ਕੇਸ ਨੂੰ ਅੱਗੇ ਪਰਸਿਊ ਨਹੀਂ ਕਰ ਸਕਦੇ। ਇਨਵੈਸਟੀਗੇਟ ਕਰ ਸਕਦੇ ਨੇ ਮਾਮਲੇ ਨੂੰ ਵੀ ਕੀ ਇਹਦੇ ਚ ਹੋਰ ਹੈਗਾ, ਕੌਣ ਇਹ ਚ ਕੋਈ ਸ਼ਾਮਲ ਹੈਗਾ, ਉਹਦੇ ਕਰਕੇ ਨਾਮ ਆਇਆ। ਕਰਕੇ ਵੇਖੋ, ਉਹਨਾਂ ਨੇ SIT ਆਪਣੀ ਮਾਰਚ ਦੇ ਵਿੱਚ ਬਣਾਈ, ਉਹ ਕੁਝ ਪ੍ਰੂਫ ਐਵੀਡੈਂਸਸ ਉਹਨਾਂ ਨੂੰ ਮਿਲੇ ਤੇ ਦੇ ਆਰ ਐਕਟਿੰਗ ਔਨ ਇਟ। ਹੁਣ ਇਹ ਗੱਲ ਤਾਂ ਸੱਚੀ ਹੈ ਨਾ। ਤੁਸੀਂ ਆਹ ਦੇਖੋ, ਇਹਦੇ ਵਿੱਚ ਮੇਰੇ ਖਿਆਲ ਆ ਸੁਖਪਾਲ ਸਿੰਘ ਖਹਿਰਾ ਦੀ ਖੁਦ ਹੀ ਤਿਆਰ ਕੀਤੀ ਹੋਈ ਫਾਈਲ ਆ। ਉਹਦੇ ਵਿੱਚ ਉਹ ਬਾਰ-ਬਾਰ ਇਹਦੇ ਚ ਉਹਨਾਂ 36 ਥਾਂ ਆਪਣੀਆਂ ਆਪ ਕਟਿੰਗ ਲਾਈਆਂ ਆ, ਜਿੱਥੇ ਆਪ ਕਹਿੰਦੇ ਉਹ ਕਿ ਜੇ ਮਤਲਬ ਮੇਰੇ ਖਿਲਾਫ ਕਾਰਵਾਈ ਕਰਨੀ ਤਾਂ ਮੈਂ ਤਿਆਰ ਆ, ਮੇਰੇ ਖਿਲਾਫ ਕਰ ਲੈਣ, ਰੈਡੀ ਫॉर ਐਨੀ ਪ੍ਰੋਬ ਖਹਿਰਾ। ਮੇਰਾ ਥੋੜਾ ਲਿਖਿਆ ਸੁਖਪਾਲ ਖਹਿਰਾ ਇਜ਼ देयर, ਰੈਡੀ ਫॉर ਐਨੀ ਪ੍ਰੋਬ। ਇੱਕ ਦਿਨ ਪ੍ਰੈਸ ਕਾਨਫਰੰਸ ਹੱਥ ਖੁੱਲੇ ਕਰਕੇ ਕਹਿੰਦੇ ਸੀਗੇ ਕਿ ਮੈਂ ਹਰ ਤਰੀਕੇ ਦੀ ਕਾਰਵਾਈ ਲਈ ਤਿਆਰ ਆ। ਕਾਰਵਾਈ ਨੂੰ ਛੱਡੋ ਕਿ ਉਹਨੂੰ ਛੱਡੋ, ਤੁਸੀਂ ਟ੍ਰਾਇਲ ਲੜੋ। ਮੈਂ ਅੱਗੇ ਵੀ ਇਹੀ ਕਹਿਣਾ ਆ, ਟ੍ਰਾਇਲ ਲੜੋ। ਸੁਪਰੀਮ ਕੋਰਟ ਨੇ ਥੋੜਾ ਦੱਸਣਾ ਕਿ ਤੁਸੀਂ ਬੇਕਸੂਰ ਹੈ ਜਾਂ ਨਹੀਂ ਕਸੂਰਦਾਰ, ਨਾ ਹਾਈ ਕੋਰਟ ਨੇ ਦੱਸਣਾ। ਐਵੀਡੈਂਸਸ ਤਾਂ ਐਪਰੀਸ਼ੀਏਟ ਕਰਦੀ ਹੈ ਲੋਅਰ ਕੋਰਟ। ਦੇਖਿਆ ਜਾਵੇ ਜਿਵੇਂ ਹੁਣ ਤੁਸੀਂ ਜੇ ਕਿਹਾ ਜਾਵੇ, ਚਲੋ ਉਦੋਂ ਕੇਸ ਲੜਨ ਵਾਲੇ ਹੋਰ ਬਹੁਤ ਬਥੇਰੇ, ਇਹਨਾਂ ਦੇ ਵੀ ਖੈਰ ਸੀਨੀਅਰ ਵਕੀਲ ਵੀ ਹੋਣੇ ਆ, ਬੇਟੇ ਉਹਨਾਂ ਦੇ ਵਕੀਲ ਨੇ। ਫਿਰ ਇਹ ਜੱਜਮੈਂਟ ਦਾ ਉਹਨਾਂ ਦੇ ਬੇਟੇ ਨੂੰ ਵੀ ਤਾਂ ਪਤਾ ਹੀ ਹੋਣਾ ਵੀ ਇਹ ਜੱਜਮੈਂਟ ਕੀ ਆਈ ਹੈਗੀ, ਤੇ ਫਿਰ ਵਾਰੀ-ਵਾਰੀ ਜ਼ਿਕਰ ਇਹ ਕਿਉਂ ਆਉਂਦਾ ਵੀ ਸੁਪਰੀਮ ਕੋਰਟ ਨੇ ਜੋ ਕਰਤਾ ਉਸ ਤੋਂ ਬਾਅਦ ਦੇ ਵਿੱਚ ਤਾਂ ਪੋਲੀਟੀਕਲੀ ਵੈਂਡੇਟੇ ਦੇ ਤਹਿਤ ਹੀ ਕਾਰਵਾਈ ਹੋ ਰਹੀ ਹੈ, ਵੈਸੇ ਨਹੀਂ ਹੋ ਰਹੀ ਹੈ। ਇਹ ਨਾ ਬੇਸਿਕਲੀ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ
ਗੁੰਮਰਾਹ ਕਰਨ ਦੀ ਕੋਸ਼ਿਸ਼, ਕਿਉਂਕਿ ਆਮ ਲੋਕਾਂ ਨੂੰ ਬੇਸਿਕਲੀ ਦੇਖੋ ਆ ਲੀਗਲ ਕੰਪਲੈਕਸਿਟੀਜ਼ ਆ ਬਹੁਤ ਇਦਾਂ ਦੀਆਂ। ਹੁਣ ਆਮ ਬੰਦੇ ਨੂੰ ਤੁਸੀਂ ਕਹਿ ਦਿਓ ਰਾਹ, ਮਤਲਬ ਕੋਈ ਡਾਕਟਰ ਵੀ ਹੋਵੇ, ਮੈਂ ਡਾਕਟਰ ਨੂੰ ਵੀ ਕਹਾਂ ਜਿਹੜਾ ਕੋਰਟ ਦੇ ਨਾਲ ਪੇਸ਼ੇ ਨਾਲ ਵਾਹ ਹੀ ਨਹੀਂ, ਉਹ ਕਹੂਗਾ ਜੀ ਇਹ ਸੁਪਰੀਮ ਕੋਰਟ ਤੋਂ ਬਰੀ ਹੋ ਗਿਆ ਜੀ। ਸੁਪਰੀਮ ਕੋਰਟ ਤੋਂ ਕੌਣ ਬਰੀ ਹੁੰਦਾ? ਕੋਈ ਵੀ ਨਹੀਂ ਬਰੀ ਹੁੰਦਾ। ਬਰੀ ਤਾਂ ਹੁੰਦਾ ਲੋਅਰ ਕੋਰਟ ਤੋਂ। ਸੁਪਰੀਮ ਕੋਰਟ ਤਾਂ ਅਪੀਲ ਜਾਂਦੀ ਹੈ। ਇਹ ਕਿਹੜਾ ਅਪੀਲ 'ਚ ਗਏ ਉੱਤੇ ਥੱਲੋਂ ਸਜ਼ਾ ਸੁਣਾਈ ਹੋਵੇ, ਲੋਅਰ ਕੋਰਟ ਨਹੀਂ ਬੰਦਾ ਹਾਈ ਕੋਰਟ ਜਾਂਦਾ। ਹਾਈ ਕੋਰਟ ਦਾ ਡਿਸੀਜਨ ਨਹੀਂ ਪਸੰਦ ਤਾਂ ਸੁਪਰੀਮ ਕੋਰਟ ਜਾਂਦਾ, ਉਹਨੂੰ ਚੈਲੰਜ ਕਰਦਾ, ਉਹਨੂੰ ਕਹਿੰਦੇ ਬਰੀ। ਅਜੇ ਟ੍ਰਾਇਲ ਚੱਲਿਆ ਨਹੀਂ, ਐਵੀਡੈਂਸ ਐਪਰੀਸ਼ੀਏਟ ਨਹੀਂ ਹੋਏ, ਉਧਰੋਂ ਵੀ ਕੇਸ ਚੱਲਿਆ ਨਹੀਂਗਾ, ਸਿੱਧਾ ਹੀ ਤੁਸੀਂ ਸੁਪਰੀਮ ਕੋਰਟ ਤੋਂ ਕਿੱਦਾਂ ਬਰੀ ਹੋ ਗਏ? ਸਿੱਧਾ ਹੀ। ਮਤਲਬ ਇਹਨਾਂ ਲਈ ਕੋਈ ਫਲਾਈਓਵਰ ਵੱਖਰਾ ਲੱਗਾ, ਇਹਨਾਂ ਲਈ ਕਾਨੂੰਨ ਕੋਈ ਵੱਖਰਾ ਆ? ਮੈਂ ਤੁਹਾਨੂੰ ਆਹ ਇੱਕ ਦਿਖਾਉਣਾ ਆ ਇਹਨਾਂ ਤੇ, ਇੱਕ ਮਿੰਟ, ਹੁਣ ਪੇਜ ਨੰਬਰ ਇਹਨਾਂ ਦੇ ਹੈਗਾ 26, ਇੱਕ ਮਿੰਟ ਦਿਓ। ਆ ਜੀ ਕੰਪਲੇਨਸ, ਇਹ ਤੋਂ ਗਿਆ ਜੀ, ਸੌਰੀ। ਇਹਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਆ ਕਿ ਇਹਨਾਂ ਤੇ ਮਲਟੀਪਲ FIRs ਆ ਸੁਖਪਾਲ ਖਹਿਰੇ ਤੇ ਯੂ ਵੁੱਡ ਸੀ ਕਿ ਇਹਨਾਂ ਦੇ ਸਾਰੀਆਂ ਜਿੰਨੇ ਵੀ ਮਤਲਬ ਹੋਏ ਆ FIRs, ਇੱਕ ਸੈਕਿੰਡ, ਪ੍ਰੀਵੀਅਸ 47 ਤੇ ਆ ਜੀ, ਜਿੰਨੇ ਵੀ ਪਰਚੇ ਹੋਏ ਆ, ਇੱਕ ਵੀ ਪਰਚੇ ਦੇ ਵਿੱਚ ਇਹਨਾਂ ਟ੍ਰਾਇਲ ਤਾਂ ਫੇਸ ਹੀ ਨਹੀਂ ਕੀਤਾ। ਵੇਖੋ ਲਿਸਟ ਆ, ਦਿਖਾ ਦਿਓ ਜੀ, ਆ ਰਹੀ ਲਿਸਟ। ਇਹ ਤਮਾਮ ਉਹ ਪਰਚੇ ਨੇ ਜਿਹੜੇ ਸੁਖਪਾਲ ਖਹਿਰਾ ਤੇ? ਹਾਂਜੀ ਆ ਦੇਖੋ 13 ਦੇ ਕਰੀਬ ਪਰਚੇ। ਹਾਂਜੀ ਤੁਸੀਂ ਆ ਦੇਖੋ ਕਿ ਆ 1984 ਦਾ ਪਰਚਾ, ਉਦੋਂ ਇਹ ਅਜੇ ਕਿਸੇ ਸਿਆਸਤ 'ਚ ਵੀ ਨਹੀਂ ਸੀਗੇ। ਉਹ ਆਰਮਜ਼ ਐਕਟ ਦੇ ਜਾਇਜ਼ ਹਥਿਆਰ ਰੱਖਣ ਦਾ ਪਰਚਾ, ਫਿਰ 84 ਦੇ ਵਿੱਚ ਆ ਚੋਰੀ ਦਾ ਪਰਚਾ, ਫਿਰ ਨਜਾਇਜ਼ ਹਥਿਆਰ, ਨਾਲੇ ਕੋਈ ਪੰਜਾਬ 'ਚ ਨਹੀਂ ਹਿਮਾਚਲ ਪ੍ਰਦੇਸ਼ 'ਚ ਆ ਤੇਲ ਚੋਰੀ ਦਾ ਪਰਚਾ ਇਹਨਾਂ ਤੇ। ਹਾਂ ਤੇਲ ਚੋਰੀ ਦਾ ਮੈਂ ਅੱਗੇ ਵੀ ਤੁਹਾਨੂੰ ਦੱਸਦਾ ਸੀ, ਮੈਂ ਕਿਹਾ ਉਹਨਾਂ ਨੇ ਫੜ ਕੇ ਕੁੱਟਿਆ ਵੀ ਸੀਗਾ ਤੇ ਨਾਲੇ ਪਰਚਾ ਵੀ ਕਰਾਇਆ, ਨਾਲੇ ਗੈਰ ਕਾਨੂੰਨੀ ਹਥਿਆਰ ਫੜਿਆ ਗਿਆ ਜੀ। ਇਹਦੇ ਚ ਫਿਰ ਕੀ ਹੋਇਆ ਕੀ? ਕੁਝ ਵੀ ਨਹੀਂ, ਕੋਈ, ਮੈਂ ਉਹੀ ਤਾਂ ਕਹਿ ਰਿਹਾ, ਇਹੀ ਗੱਲ ਤੇ ਮੈਂ ਕਹਿ ਰਿਹਾ ਹਾਂ। ਇਨਫੈਕਟ ਆਈ ਹੈਵ ਰਿਟਨ ਅ ਲੈਟਰ ਟੂ ਚੀਫ ਜਸਟਿਸ ਆਫ ਇੰਡੀਆ ਆਲਸੋ ਕਿ ਯਾਰ ਇਹ ਕਮਾਲ ਨਹੀਂ ਕਿ ਆਪਾਂ ਵੀ ਆ, ਅਸੀਂ ਵੀ ਬੈਠੇ ਆ, ਸਾਰੇ ਬੰਦੇ ਬੈਠੇ ਜਿਹੜੇ ਹੋਰ ਵੀ ਇਲੈਕਸ਼ਨ ਲੜਦੇ ਬੰਦੇ, ਸਾਰਿਆਂ ਤੇ ਕੋਈ ਕਿਸੇ ਤੇ FIR ਹੁੰਦੀ ਹੈ, ਕੋਈ ਇੱਕ ਅੱਧੀ ਕੋਈ ਗਲਤ ਹੋ ਸਕਦੀ। 13 FIR, 13 ਚੋਂ ਇੱਕ 'ਚ ਵੀ ਟ੍ਰਾਇਲ ਕਿਉਂ ਨਹੀਂ ਚੱਲਿਆ ਯਾਰ? ਤੇ ਹੋਇਆ ਕੀ ਫਿਰ ਇਹਨਾਂ ਚ ਬਸ ਸੈਟਿੰਗਾਂ ਇਧਰੋਂ ਉਧਰ ਮੈਨੇਜ ਕਰ ਲੈ, ਪੁਲਿਸ ਤੋਂ ਉਧਰੋਂ ਕੈਂਸਲੇਸ਼ਨ ਫਾਈਲ ਕਰਾ ਲੈ। ਇਹੀ ਤਾਂ ਇਸ ਕੇਸ 'ਚ ਵੀ ਹੋਇਆ ਫਾਜ਼ਿਲਕਾ ਚ। ਇਹ ਇਹਨਾਂ ਦੀ ਅਕਾਲੀ ਦਲ ਨਾਲ ਵੀ ਸੈਟਿੰਗ ਹੋ ਗਈ 2000, ਫਿਰ ਉਸ ਤੋਂ ਬਾਅਦ ਅਕਾਲੀ ਦਲ ਤੇ ਪਹਿਲਾਂ ਇਲਜ਼ਾਮ ਲਾਉਂਦੇ ਸੀ। 2017 ਚ ਕੈਪਟਨ ਨੂੰ ਕੱਢੀਆਂ ਸੀ ਗਾਲਾਂ, ਕਿ ਨਹੀਂ ਵਿਧਾਨ ਸਭਾ ਚੋਂ ਆ ਕੇ ਪ੍ਰੈਸ ਕਾਨਫਰੰਸ ਕੀਤੀ ਸੀ, ਨਾਲੀ ਦਾ ਕੀੜਾ ਕਿਹਾ, ਗੰਦੀਆਂ ਗਾਲਾਂ ਕੱਢੀਆਂ ਕੈਪਟਨ ਨੂੰ, ਬਾਅਦ ਚ ਉਸੇ ਕੈਪਟਨ ਨੂੰ ਜੁਆਇਨ ਕਰ ਲਿਆ। ਹੁਣ ਕਈ ਵਾਰੀ ਉਹ NSA ਐਕਟ ਦੀ ਬੜੀ ਗੱਲ ਕਰਦੇ ਆ ਨਾ ਕਿ ਸਿੱਖਾਂ ਤੇ ਜੀ, ਸਿੱਖਾਂ ਆ ਹੁਣ ਵੀ ਇਹਨੂੰ ਮੈਨੂੰ ਸਮਝ ਲੱਗਦੀ ਇਹ ਚ ਕੋਈ ਸਿੱਖੀ ਦਾ ਕੋਈ ਲੈਣ ਦੇਣ ਨਹੀਂ, ਪਰ ਇਹਨਾਂ ਵੀ ਮੁੱਦਾ ਇਹਨੂੰ ਸਿੱਖੀ ਦਾ ਜਾਂ ਕਿਸੇ ਤਰੀਕੇ ਕੁਛ ਨਾ ਕੁਛ ਬਣਾ ਲੈਣਾ। ਹੁਣ ਇਹ ਦੱਸੋ ਕਿ ਇਹਦੇ ਫਾਦਰ ਤੇ NSA ਦਾ ਪਰਚਾ ਇਹਦੇ ਫਾਦਰ ਤੇ ਹੋਇਆ ਸੀ। NSA ਲਿਆਂਦੀ ਕਿੰਨੇ ਸੀਗੀ? ਕਾਂਗਰਸ ਪਾਰਟੀ ਦੀ ਦੇਣ ਸੀ ਨਾ, ਸੈਂਟਰ 'ਚ ਗਵਰਨਮੈਂਟ ਕਾਂਗਰਸ ਦੀ ਸੀਗੀ, ਕਾਂਗਰਸ ਨੇ ਇਹਦੇ ਫਾਦਰ ਤੇ ਪਰਚਾ ਕੀਤਾ, ਉਸੇ ਕਾਂਗਰਸ ਨੂੰ ਇਹ ਜੁਆਇਨ ਕਰ ਗਿਆ। ਤੇ ਹੁਣ ਫਿਰ ਗਾਲਾਂ ਕੱਢਦਾ ਸੀ NSA ਵਾਲੀਆਂ, ਉਹ ਇਲੈਕਸ਼ਨ 'ਚ ਵੀ ਲੜਦਿਆਂ ਕਹਿੰਦਾ ਸੀਗਾ ਯੂਆਪਾ ਲਾਤੀ, ਫਲਾਣਾ ਲਾਤਾ। ਯੂਆਪਾ ਫਿਰ ਉਦੋਂ ਕੈਪਟਨ ਅਮਰਿੰਦਰ ਸਿੰਘ ਨਹੀਂ ਸੀ, ਉਹਨੂੰ ਕਿਉਂ ਜੁਆਇਨ ਕਰ ਗਿਆ? ਗੱਲ ਤਾਂ ਇਹ ਹੈ ਨਾ, ਹੁਣ ਸਰਕਾਰ ਭਗਵੰਤ ਮਾਨ ਸਾਹਿਬ ਦੀ ਹੈ, ਹੁਣ ਉਹਨਾਂ ਤੇ ਇਲਜ਼ਾਮ ਕਿ ਬਦਲਾਖੋਰੀ। ਮੈਨੂੰ ਇਹ ਨਹੀਂ ਸਮਝ ਲੱਗਦੀ, ਸਾਰੀ ਬਦਲਾਖੋਰੀ ਇਹਨਾਂ ਤੋਂ ਹੀ ਆ ਸਾਰਿਆਂ ਨੂੰ। ਅਸਲ 'ਚ ਕੰਸਰਨ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਹੱਲ ਕੀ ਹੈ। ਹੱਲ ਇਹ ਆ ਕਿ ਸਾਰੇ ਜਣੇ ਇਕੱਠੇ ਹੋ ਜਾਣ ਤੇ ਇਹਨਾਂ ਨੂੰ ਬਣਾ ਦੇਣ ਚੀਫ ਮਿਨਿਸਟਰ। ਸ਼ਾਂਤੀ ਫਿਰ ਵੀ ਨਹੀਂ ਆਉਣੀ ਇਹਨਾਂ ਨੂੰ ਫਿਰ ਪ੍ਰਾਈਮ ਮਿਨਿਸਟਰ ਬਣਾਉਣਾ ਪੈਣਾ ਆ, ਫਿਰ ਉਹ ਤੋਂ ਗਾਂ ਫਿਰ ਗੱਲ ਹੱਲ ਮੁੱਕਣਾ। ਹੋਰ ਸੁਖਪਾਲ ਖਹਿਰਾ ਜੇ ਕਹੀਏ ਕਿ ਜਿੰਨੀ ਧਾਕੜਵਾਦ ਚ, ਇਹ ਚ ਖੈਰ ਕੋਈ ਦੋ ਰਾਏ ਨਹੀਂ, ਦੇਖੋ ਤੁਸੀਂ ਤੇ ਬਿਲਕੁਲ ਖੁੱਲ ਕੇ ਬੋਲਦੇ ਰਹੇ। ਨਸ਼ੇ ਦਾ ਮੁੱਦਾ ਹੋਵੇ, ਪੰਜਾਬੀਅਤ ਦੀ ਗੱਲ ਹੋਵੇ, ਜਾਂ ਗੱਲ ਕਰੀਏ ਵੀ ਜਿਵੇਂ ਕਹੀਏ ਸਿੱਖ ਮੁੱਦਿਆਂ ਨੂੰ ਲੈ ਕੇ, ਇਸ਼ੂਜ਼ ਨੂੰ ਲੈ ਕੇ ਬੋਲਦੇ ਨੇ। ਦੇਖੋ ਹਮੇਸ਼ਾ ਹੁੰਦਾ ਇਹ ਹੈ ਵੀ ਜੇ ਸਾਡੇ ਮਨ ਦੇ ਵਿੱਚ ਕੋਈ ਚੋਰੀਆਂ ਹੈਗੀਆਂ, ਸਾਡੇ ਮਨ ਨੂੰ ਪਤਾ, ਭਾਵੇਂ ਦੁਨੀਆ ਨੂੰ ਲੱਖ ਨਾ ਪਤਾ ਹੋਵੇ, ਸਾਡੇ ਘਰਦਿਆਂ ਨੂੰ ਵੀ ਨਾ ਪਤਾ ਹੋਵੇ, ਪਰ ਉਹ ਬੰਦਾ ਕਿਤੇ ਨਾ ਕਿਤੇ ਇਸ ਚੀਜ਼ ਤੋਂ ਚਿਪਦਾ ਹੈ। ਤੇ ਫਿਰ ਸੁਖਪਾਲ ਖਹਿਰਾ ਜਦ ਲਗਾਤਾਰ ਬੋਲਦੇ ਨੇ ਤਾਂ ਕਿਤੇ ਨਾ ਕਿਤੇ ਲੋਕ ਵੀ ਇਹ ਗੱਲ ਸਮਝਦੇ ਨੇ ਵੀ ਯਾਰ ਬੇਦਾਗ ਬੰਦਾ ਤਾਈਓ ਇੰਨਾ ਖੁੱਲ ਕੇ ਬੋਲ ਸਕਦਾ ਨਾ। ਖੁੱਲ ਕੇ ਇਦਾਂ ਬੋਲਦਾ ਨਾ, ਹੈ ਹੀ ਇੱਕ ਰੀਸ਼ਨ ਬੋਲਣ ਦੀ। ਬੋਲਣ ਤੋਂ ਬਿਨਾ ਹੋਰ ਕੀ ਹੈ? ਕੋਈ ਕੰਮ ਹੈ? ਸਵੇਰੇ ਪੱਗ ਬੰਨਣੀ ਹੈ ਤਾਂ ਅਖਬਾਰ 'ਚ ਦੇਖਣਾ ਕਿ ਕਿਹਦੇ ਖਿਲਾਫ ਬੋਲਾਂ। ਜਿੰਨਾ ਕੁੜੀ ਜਾਂ ਆਪਣੇ ਬੇਟੇ ਲਈ ਰਿਸ਼ਤਾ ਦੇਖਣਾ, ਅਖਬਾਰ 'ਚ ਰਿਸ਼ਤੇ ਲੱਭਦੇ ਫਿਰਦੇ, ਇਦਾਂ ਤੇ ਖਬਰਾਂ ਲੱਭਦੇ ਫਿਰਦੇ ਆ ਕਿ ਮੈਂ ਕਿਹੜੇ ਮੁੱਦੇ ਤੇ ਬੋਲਾਂ। ਨਾਲੇ ਕੰਸਰਨ ਇਹ ਹੈ ਕਿ ਜਿਹੜਾ ਮਰਜ਼ੀ ਮੁੱਦਾ ਮੇਰੇ ਮੂਹਰੇ ਰੱਖੋ, ਇੱਥੇ ਮੈਂ ਕਹਿੰਦਾ ਉਹਦਾ ਕਾਣਾ ਨਾ ਕੱਢਤਾ ਤੇ ਮੇਰਾ ਨਾਂ ਵਟਾ ਦਿਓ, ਨਾ ਬਦਲ ਦੂੰਗਾ ਆਪਣਾ। ਇਹ ਤਮਾਮ ਚੀਜ਼ਾਂ ਜਿਵੇਂ ਹਰਸਿਮਰਨ ਪਹਿਲਾਂ ਵੀ ਕਹਿੰਦੇ ਹੁੰਦੇ ਆ ਵੀ ਤੁਸੀਂ ਜੇ ਦੇਖਿਆ ਜਾਵੇ ਇੱਕ ਵਕਾਲਤ ਤੌਰ ਤੇ ਕਾਨੂੰਨ ਦੀ ਸਮਝ, ਤੇ ਦੂਜੇ ਪਾਸੇ ਦੇਖਿਆ ਜਾਵੇ ਖੇਤਰ ਦੇ ਵਿੱਚ ਵੀ ਸਭ ਨੂੰ ਪਤਾ ਵੀ ਹਰਸਿਮਰਨ ਹੋਰਾਂ ਦਾ ਸੁਖਪਾਲ ਖਹਿਰਾ ਦੇ ਨਾਲ 13 ਦਾ ਅੰਕੜਾ ਗਾ। ਇਹ ਚੀਜ਼ ਨੂੰ ਲੈ ਕੇ ਜੇ ਕਿਹਾ ਜਾਵੇ ਇਹ ਸਾਰੀਆਂ ਚੀਜ਼ਾਂ ਫੈਕਟ ਨੇ, ਜਿੰਨੀਆਂ ਗੱਲਾਂ ਤੁਸੀਂ ਕਰੀਆਂ ਨੇ, ਕੱਲ ਨੂੰ ਜੇ ਸੁਖਪਾਲ ਖਹਿਰਾ ਆ ਕੇ ਚੈਲੰਜ ਕਰ ਦੇਣ ਵੀ ਭਾਈ ਇਹ ਮੁੰਡੇ ਨੇ ਤਾਂ ਝੂਠ ਬੋਲਤਾ, ਕਰਨ ਜੀ ਸਦਕੇ ਮੈਂ ਤਾਂ ਆਈ ਵਾਸ ਵੇਟਿੰਗ ਫॉर ਇਟ। ਅਸੀਂ ਤਾਂ ਠੋਕ ਕੇ ਕਹਿੰਦੇ ਆ। ਨਾਲੇ ਦੂਜੀ ਗੱਲ ਹੈ ਬੜੀ ਸਾਫ਼ ਜੀ
ਇਹਨਾਂ ਦੇ ਨਾ ਫੈਮਿਲੀ ਜਿਹੜੀ ਬੇਸਿਕਲੀ ਹੁਣ ਕੋਈ ਮੰਨੇ ਨਾ ਮੰਨੇ ਆ ਕਈ ਵਾਰੀ ਗਰਮ ਖਿਆਲੀ ਬੜਾ ਜੀ ਸੈਲੀਬ੍ਰੇਟ ਕਰਦੇ ਇਹਨਾਂ ਨੂੰ। ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਡਬਲ ਏਜੰਟ ਆ। ਇਹਦੇ ਫਾਦਰ ਨੇ ਖਾਲਿਸਤਾਨ ਦੀ ਆਵਾਜ਼ ਚੱਕ ਕੇ ਨਾ, ਤੁਸੀਂ ਉਹ ਵੀਡੀਓ ਤੁਹਾਨੂੰ ਲਾਸਟ ਟਾਈਮ ਵੀ ਦਿਖਾਈ ਜੇ, ਕਹਿੰਦੇ ਹੁਣ ਵੀ ਦਿਖਾ ਦੇਣਾ ਹੈ, ਵਿੱਚ ਐਡ ਜ਼ਰੂਰ ਕਰ ਦਿਓ, ਜਿਸ ਚ ਕਹਿੰਦਾ ਹੈ ਕਿ ਖਾਲਿਸਤਾਨ ਨਹੀਂ ਕਿਹੜੇ ਕਿਹੜੇ ਖਾਲਿਸਤਾਨ ਲੈਣਾ ਚਾਹੁੰਦੇ ਹੱਥ ਖੜਾ ਕਰਦੇ। ਕਹਿੰਦਾ ਐ ਨਹੀਂ ਗੱਲ ਬੰਨੀ, ਸਿਰ ਦੇਣੇ ਪੈਣੇ ਆ, ਸਿਰ ਦੇਣੇ ਪੈਣੇ। ਆਪ ਉਸੇ ਕਾਂਗਰਸ ਨੂੰ ਜੁਆਇਨ ਕਰਕੇ ਜਿਹਦੇ ਖਿਲਾਫ ਮਤਲਬ ਨਾਰੇ ਲਾਏ। ਇਹਨੇ ਕੀ ਕੀਤਾ, ਇਹਨੇ ਪੰਜਾਬ ਦਾ ਯੂਥ ਇਹਦੇ ਫਾਦਰ ਨੇ ਨਾਰੇ ਲਾ ਕੇ ਤੋਰਿਆ, ਬਾਅਦ ਚ ਉਹਨਾਂ ਦੀ ਕੀਤੀ ਮੁਖਬਰੀ, ਉਹੀ ਬੰਦੇ ਮਰਾਏ। ਆਪ ਪੋਲੀਟੀਕਲ ਰੈਂਕਸ ਚ ਰਾਈਜ਼ ਕੀਤਾ। ਉਹਦੇ ਵਿੱਚ ਇੱਕ ਜਿਹੜਾ ਇੱਕ ਕਹਿ ਸਕਦੇ ਬੰਦਾ, ਉਹ ਮੇਰੇ ਫਾਦਰ ਵੀ ਸੀਗੇ। ਮੇਰੇ ਫਾਦਰ ਦੇ ਘੱਟੋ ਘੱਟ ਨਹੀਂ ਤਾਂ 5 ਦੋਸਤ ਸੀਗੇ ਜਿਹੜੇ ਜਾਲੀ ਇਨਕਾਊਂਟਰ ਦੇ ਵਿੱਚ ਮਰਵਾਏ ਇਹਨਾਂ ਨੇ। ਸਾਡੇ ਹਲਕੇ ਦੇ ਵਿੱਚ ਇਦਾਂ ਦੇ ਪਰਿਵਾਰ ਹੈਗੇ ਜਿਨ੍ਹਾਂ ਦੇ ਪਰਿਵਾਰ ਖਤਮ ਕਰਤੇ ਇਹਨਾਂ ਨੇ। ਨਹੀਂ ਤਾਂ ਅੱਜ ਵੀ ਜਾ ਕੇ ਥਾਣੇ ਭਲੱਥ ਦੀ ਇੱਕ FIR ਕੱਢ ਕੇ ਦਿਖਾਉਣਾ ਕਿ ਇਹਨਾਂ ਦੇ ਗਨਮੈਨਾਂ ਦੀਆਂ ਬੰਦੂਕਾਂ ਚੋਰੀਆਂ ਹੋਈਆਂ ਸੀ। ਉਹ ਬੰਦੂਕ ਨਾਲ ਕੀ ਕਾਰਵਾਈ ਹੋਈ ਸੀ ਕਿ ਇਹਨਾਂ ਨੂੰ ਪੁੱਛੋ ਨਾ। ਲੈਂਡ ਗ੍ਰੈਬਿੰਗ ਤੇ ਬੋਲਦੇ ਕਿ ਕੋਠੀ ਤੇ ਕੋਈ ਕਹਿੰਦੇ ਜੀ ਕਬਜ਼ਾ। ਇਹਨਾਂ ਨੂੰ ਇਹ ਪੁੱਛੋ ਕਿ ਸੈਕਟਰ ਜਿਹੜੀ ਅੱਜ ਰੌਲਾ ਪਾਉਂਦੇ ਮੇਰੇ 5 ਨੰਬਰ ਉਹਦੇ ਚ 6 ਨੰਬਰ ਪਲਾਟ ਹੈ 5 ਸੈਕਟਰ ਚ 16 ਲੱਖ ਚ ਕਿੱਦਾਂ ਲੈ ਲਈ ਕੋਠੀ, ਮੈਨੂੰ ਸਮਝਾਓ। ਸਾਰਿਆਂ ਨੂੰ ਚਾਹੀਦੀ ਕੋਠੀ ਇਦਾਂ, ਸਾਡੇ ਸਾਰੇ ਹਲਕੇ ਨੂੰ ਦਵਾਓ, ਸਾਨੂੰ ਵੀ ਦਵਾਓ। ਉਹ ਜਿਹੜੀ ਇਹਨਾਂ ਦੀ ਰਾਮਗੜ੍ਹ ਵਾਲੀ ਕੋਠੀ ਆ, ਉਹਦਾ ਜੇ ਤੁਸੀਂ ਲੱਠਾ ਕੱਢ ਕੇ ਦੇਖਦੇ ਪਿੰਡ ਦਾ, ਇਹਨਾਂ ਦੇ ਘਰ ਦੇ ਸੈਂਟਰ ਚ 15 ਫੁੱਟ ਦੀ ਗਲੀ ਲੰਘਦੀ ਹੈ, ਤੇ ਉਹ ਵੀ ਗਲਤ ਆ। ਇਹਨਾਂ ਦੇ ਪਿੰਡ ਦੀ ਅੱਜ ਦੇ ਦਿਨ ਨਿਸ਼ਾਨਦੇਹੀ ਕਰਾ ਲਓ, ਰਾਮਗੜ੍ਹ ਪਿੰਡ ਦੀ ਸਾਰੀ ਪ੍ਰਾਪਰਟੀ ਇਹਨਾਂ ਦੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਦੀ ਦੱਬੀ ਨਿਕਲੂਗੀ। ਆਦਮਪੁਰ ਜਿਹੜਾ ਸੀਗਾ ਲੈਂਡ, ਉਹਦੇ ਦੀ ਵੀ ਆਪਾਂ ਗੱਲ ਕਰ ਹਟੇ ਆ, ਉਹ ਵੀ ਕਬਜ਼ੇ 'ਚ। ਤੁਸੀਂ ਮੈਨੂੰ ਇਹ ਦੱਸੋ ਕਿਹੜੀ ਚੀਜ਼ ਹੈ ਜਿੱਤੇ ਇਹਦਾ ਨਾਂ ਨਹੀਂਗਾ? ਹਰ ਇੱਕ ਚੀਜ਼ ਤੇ ਇਹਦੇ ਫਾਦਰ ਨੇ ਮੁਖਬਰੀਆਂ ਕੀਤੀਆਂ। ਆਪ ਖਾਲਿਸਤਾਨ ਦਾ ਨਾਰਾ ਲਵਾ ਕੇ ਬੰਦੇ ਹਾਈਲਾਈਟ ਕਰਾ ਲਏ। ਜਦੋਂ ਲੋਕੀ ਬਾਹਰ ਆ ਗਏ, ਉਹਨਾਂ ਦੇ ਆਪ ਤੇ ਲਿਸਟ ਬਣਾ ਬੰਦਿਆਂ ਦੇ ਨਾਮ ਦਿੱਤੇ ਆ, ਮਰਾਉਣ ਵਾਲੇ ਵੀ ਇਹ ਤੇ ਹੁਣ ਬਚਾਉਣ ਵਾਲੇ ਵੀ ਇਹ। ਤੇ ਨਾਲੇ ਗੱਲ ਇਹ ਆ ਕਿ ਸਿੱਖੀ ਦੀ ਗੱਲ ਕਰਦੇ, ਕਿੱਦਾਂ ਦਾ ਸਿੱਖਿਆ ਯਾਰ? ਦਾੜੀ ਮੈਂ ਵੇਖੋ, ਦਾੜੀ ਮੇਰੀ ਵੀ ਕੱਟੀ ਹੋਈ ਆ, ਤੇ ਮੈਂ ਕੋਈ ਸਿੱਖੀ ਸਿਧਾਂਤ ਇੱਥੇ ਆ ਕੇ ਕੋਈ ਪ੍ਰਵਚਨ ਥੋੜਾ ਕਰਦਾ ਆ। ਇਹ ਕਰਦੇ ਪ੍ਰਵਚਨ ਕਿ ਨਹੀਂ, ਬਹਾਨਾ ਬਣਾਉਂਦੇ, ਬਸ ਇੱਕ ਡਰਾਮਾ ਆ ਇਹ। ਵੇਖੋ ਇੱਕ ਟਾਈਮ ਤੱਕ ਚੱਲਣੀ ਹੀ ਗੱਲ, ਬਾਰ-ਬਾਰ ਨਹੀਂ। ਨਾਲੇ ਇਹ ਨਾ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਆ। ਅੱਜ ਮੈਂ ਕਹਿੰਦਾ ਬਹੁਤ ਸ਼ੁਭ ਦਿਨ ਆ ਇਹ। ਅਸਲ 'ਚ ਅਸਲੀ ਜਸਟਿਸ ਆ ਯੂਥ ਲਈ। ਜਿਹੜੀਆਂ ਮੈਂ ਤੇ ਹੈਰਾਨ ਆ, ਸਾਡੇ ਹਲਕੇ 'ਚ ਪਿੰਡ ਰਾਪੁਰ ਆਈਆਂ, ਉੱਥੇ 2 ਯੂਥ ਮਰੇ ਆ ਨਸ਼ੇ ਦੀ ਓਵਰਡੋਜ਼ ਨਾਲ। ਇਹ ਜਾ ਕੇ ਉਹਨਾਂ ਦੇ ਭੋਗ ਤੇ ਬੈਠਾ ਤੇ ਕਹਿ ਰਿਹਾ ਵੇਖੋ ਸਰਕਾਰਾਂ ਕੁਝ ਨਹੀਂ ਕਰਦੀਆਂ ਫਲਾਣਾ। ਸਰਕਾਰਾਂ ਕਰੇ ਕਿ ਤੂੰ ਬੈਠਾ ਯਾਰ? ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਨਸ਼ੇ ਦੇ ਕਿੱਦਾਂ ਗੱਲ ਕਰ ਸਕਦੇ ਆ? ਰਾਜਾ ਵੜਿੰਗ ਜੀ ਤੁਸੀਂ ਕਿੱਦਾਂ ਗੱਲ ਕਰ ਸਕਦੇ? ਤੁਹਾਡਾ ਮੇਨ ਬੰਦਾ ਤਾਂ ਨਸ਼ੇ 'ਚ ਇਨਵੋਲਵ ਆ। ਇੱਕ ਵੀ ਗੱਲ ਝੂਠ ਨਿਕਲ ਜਾਵੇ ਤਾਂ ਸਿਆਸਤ, ਆਪਣੀ ਵਕਾਲਤ, ਆਪਣਾ ਮੈਂ ਕਹਿੰਦਾ ਦੇਸ਼ ਛੱਡ ਦਾਂਗੇ। ਪਰ ਇਹਦੇ ਚ ਇੱਕ ਲਾਸਟ ਹਰਸਿਮਰਤ ਜੀ ਮੈਂ ਪੁੱਛਾ ਵੀ ਇਹਦੇ ਚ ਸੁਖਪਾਲ ਖਹਿਰਾ ਦੇ ਸਿਰ ਕੀ ਹੈ? ਇਹ ਜਿਹੜਾ ਪੂਰਾ ਮਾਮਲਾ ਸੀ, ਜਿਵੇਂ ਬਾਕੀ ਬੰਦਿਆਂ ਨੂੰ ਸਜ਼ਾਵਾਂ ਹੋ ਗਈਆਂ, ਉਹਨਾਂ ਦੇ ਸਿਰ ਕੀ ਹੈ? ਯਾਨੀ ਕਿ ਰੋਲ ਕੀ ਹੈ ਇਸ ਪੂਰੇ ਮਾਮਲੇ ਦੇ? ਉਹਨਾਂ ਨੂੰ ਸ਼ੈਲਟਰ ਕਰਨਾ, ਉਹਨਾਂ ਤੋਂ ਜਿਹੜੀ ਪੈਸੇ, ਡਰੱਗਸ ਦੇ ਪੈਸੇ ਜਿਹੜੇ ਆਏ ਆ, ਉਹ ਜਿਹੜਾ ਮਨੀ ਆਇਆ ਆ, ਉਹ ਈਡੀ ਦਾ ਕੇਸ ਵੀ ਉਸੇ ਬੇਸ ਤੇ ਸੀ। ਹਵਾਲਾ ਮਤਲਬ ਕੁਝ ਸੀਗਾ, ਈਡੀ ਐਵੇਂ ਥੋੜਾ ਚੱਲੇਗੀ। ਪਹਿਲਾਂ ਆਹ ਕੇਸ ਸੀਗਾ, ਫਿਰ ਉਹਦੇ ਬੇਸ ਤੇ ਦੂਸਰਾ ਕੇਸ ਸੀਗਾ। ਪੈਸੇ ਆਏ ਤਾਂ ਹੀ ਇਹਨਾਂ ਨੇ ਆਪਣੇ ਉਹਦੇ ਵਿੱਚ ਯੂਜ਼ ਕੀਤੇ ਆ ਇਲੈਕਸ਼ਨਸ ਦੇ ਵਿੱਚ। ਆਹ ਵੇਖੋ ਖਬਰਾਂ ਲੱਗੀਆਂ, ਕੁਝ ਨਹੀਂ। ਵੀ ਮੈਨੂੰ ਇਹ ਦੱਸੋ, ਹੁਣ ਦੂਜਿਆਂ ਨੂੰ ਸਵਾਲ ਕਰਦੇ ਆ ਇਹ ਕਿ ਵਿਆਹ ਕਿੱਦਾਂ ਕਰਾ ਲਏ, ਫਲਾਣਾ ਕਿੱਦਾਂ ਕਰਾ ਲਏ। ਇਹਨਾਂ ਦੀ ਕੁੜੀ ਦੇ ਜਿੰਨਾ ਲੈਵਿਸ਼ ਵਿਆਹ, 14 ਲੱਖ ਦਾ ਨੈਕਲੈਸ ਚੋਰੀ ਹੋ ਗਿਆ, ਆਪਣੇ ਗਨਮੈਨ ਆਪਣੇ PA ਤੇ ਪਰਚਾ ਕਰਾਇਆ, ਪਰਚੇ ਦੀ ਕਾਪੀ ਤੁਹਾਨੂੰ ਦੇ ਦੇਣਾ ਹੈ। 14 ਲੱਖ ਦਾ ਨੈਕਲੈਸ ਇੱਕ। ਰਿਤੂ ਕੁਮਾਰ, ਮਨੀਸ਼ ਮਨੋਤਰਾ, ਇਹੋ ਜਿਹੇ ਡਿਜ਼ਾਈਨਰ ਬ੍ਰਾਂਡ ਦੇ ਲਹਿੰਗੇ, ਮੈਨੂੰ ਦੱਸੋ ਕੋਈ ਬੰਦਾ ਅਫੋਰਡ ਕਰ ਸਕਦਾ ਇਹਦੀ? ਕਿਤੇ ਤੁਸੀਂ ਇਹਦੀ ਕਢਾ ਕੇ ਦੇਖੋ, ਹਾਂ ਇਨਕਮ ਜਿਹੜੀ ਹੈ, ਇਨਕਮ ਟੈਕਸ ਰਿਟਰਨ ਦੇਖਿਓ ਇਹਦੀ ਕਿੰਨੀ ਹੈ, 4 ਲੱਖ। ਹਾਈ ਕੋਰਟ ਆਪਣੇ ਵਿਧਾਨ ਸਭਾ ਦਾ ਜੇ ਤੁਸੀਂ ਡੇਟਾ ਕਢਾ ਕੇ ਦੇਖੋਗੇ ਨਾ, ਇਹ ਹਰ ਵਾਰੀ ਜਿਹੜਾ ਇਨਕਮ ਟੈਕਸ ਤੋਂ ਮੁਆਫੀ ਕਲੇਮ ਕਰਦਾ ਆ, ਉਦਾਂ ਗੱਲਾਂ ਕਰਦਾ ਇਹ ਟੈਕਸ ਤੋਂ। ਇਹ ਕਿਹੜਾ ਟੈਕਸ ਦਿੰਦਾ ਕੁਛ? ਤੇ ਪੈਲੀ ਇਹਦੀ ਸਾਰੀ ਠੇਕੇ ਤੇ ਆ। ਠੇਕੇ ਤੇ ਜੇ ਫਾਰਮ ਕਾਹਦੇ ਘਟਾਉਂਦਾ? ਮਤਲਬ ਕੋਈ ਤਾਂ ਪੈਸਾ ਹੈਗਾ ਜਿਹੜਾ ਗੋਲ ਘੁੰਮ ਰਿਹਾ ਹੈ। ਜੇ ਫਾਰਮ ਤੇ ਹੋਣੇ ਚਾਹੀਦੇ ਠੇਕੇਦਾਰ ਦੇ ਨਾਂ ਤੇ। ਇਹ ਜੇ ਦੇਖੀਏ ਕੁੱਲ ਮਿਲਾ ਕੇ ਯਾਨੀ ਕਿ ਸਾਰੀ ਕਹਾਣੀ ਆਉਂਦੀ ਹੈ ਵੀ ਪੈਸਾ ਸੀਗਾ ਜਿਹੜਾ ਉਹ ਸੁਖਪਾਲ ਖਹਿਰਾ ਕੋਲ ਆ ਰਹੀ ਸੀ। ਇਨਵੋਲਵਮੈਂਟ ਇਸ ਚੀਜ਼ ਦੇ ਐਵੀਡੈਂਸ ਜਾਂ ਕਹੀਏ ਕਿ ਹੁਣੇ ਆ ਪੁਲਿਸ ਕੋਲੇ। ਐਂਡ ਯੂਜ਼ਰ ਕੌਣ ਸੀ? ਗੱਲ ਅਸਲ 'ਚ ਇਹ ਆ, ਨਸ਼ਾ ਵਿਕ ਰਿਹਾ ਕਿਤੇ ਵੀ, ਸਮਝ ਲਓ ਮੇਰੇ ਲਿੰਕ 'ਚ ਨਹੀਂ, ਦੂਰ ਆ। ਉਤੋਂ ਜਿਹੜਾ ਪੈਸਾ ਆ ਰਿਹਾ ਆ ਉਹ ਮੈਂ ਆਪਣੇ ਇਲੈਕਸ਼ਨ 'ਚ ਲਾ ਰਿਹਾ, ਮੈਂ ਗੱਡੀਆਂ ਝੂੰਟ ਰਿਹਾ ਆ, ਮੈਂ ਤਾਂ ਲਗਜ਼ਰੀ ਇੰਜੋਏ ਕਰ ਰਿਹਾ। ਸ਼ੂ ਦੇਖੇ ਕਦੀ ਇਹਨਾਂ ਦੇ? ਡਾਇਓਰ ਦੇ ਜੈਕਟਾਂ ਪਾਈ ਫਿਰਦੇ ਆ, ਰੋਲੈਕਸ ਦੀਆਂ ਘੜੀਆਂ, ਪਰਫਿਊਮਸ ਦੀ ਕਲੈਕਸ਼ਨ ਰੱਖੀ ਏ।
ਹੁਣ ਪੱਤਰਕਾਰ ਵੀਰਾਂ ਨੂੰ ਤੇ ਪਤਾ ਹੋਣਾ ਜਿਹੜੇ ਜਾਂਦੇ ਹੋਣਾ, ਇਹਨਾਂ ਅਲਮਾਰੀ ਖੋਲ ਕੇ ਇਹਨਾਂ ਦੀ ਦੇਖਿਓ ਕਿਦਾਂ ਜੜੀਆਂ ਪਈਆਂ ਆ, ਮੇਨਟੇਨ ਕੰਡੀਸ਼ਨਸ ਦੀਆਂ ਜੈਕਟਸ, ਕੋਈ 2.5 ਲੱਖ ਦੀ, ਕੋਈ 5 ਲੱਖ ਦੀ, ਸ਼ੂਜ਼ ਵੀ ਇਦਾਂ ਰੱਖੇ ਆ। ਆਮ ਬੰਦਾ ਦੱਸੋ ਅਫੋਰਡ ਕਰ ਸਕਦਾ ਆ? ਮੈਂ ਇਨਫੈਕਟ ਅਸੀਂ ਇਸ ਗੱਲ ਤੇ ਸੋਚਦੇ ਕਿ ਇਹ ਬੰਦਾ ਇਸ ਚੀਜ਼ ਦੇ ਵਿੱਚ ਜੇ ਤੇ ਲੋਕ ਸੇਵਾ ਕਰਦੇ ਸਸਟੇਨ ਨਹੀਂ ਕਰ ਸਕਦਾ। ਸਾਰੇ ਚੀਜ਼ਾਂ ਨੂੰ ਲੈ ਕੇ ਜੇ ਦੇਖਿਆ ਜਾਵੇ ਲੱਗਦਾ ਵੀ ਇੱਕ ਪੂਰਾ ਲੰਬਾ ਐਪੀਸੋਡ ਬਣ ਸਕਦਾ ਜਦੋਂ ਕਹਾਣੀ ਜੇ ਕਹੀਏ ਕਿ ਨਾਲੇ ਇਹ ਕਹਿੰਦੇ ਕਿ ਸਾਰੀ ਚੀਜ਼ਾਂ ਦੇ ਫੈਕਟ ਤੇ तमाम ਸਬੂਤ ਹੈਗੇ ਨੇਗੇ। ਪਰ ਗੱਲ ਇਹਦਾ ਮਕਸਦ ਇਹ ਸੀਗਾ ਵੀ ਜਿਹੜੀ ਸੁਖਪਾਲ ਖਹਿਰਾ ਨੂੰ ਲੈ ਕੇ ਜਦੋਂ ਸੁਪਰੀਮ ਕੋਰਟ ਦੀ ਵਾਰੀ-ਵਾਰੀ ਗੱਲ ਹੁੰਦੀ ਆ ਤਾਂ ਇਸ ਵਾਰ ਵੀ ਜਦੋਂ ਗ੍ਰਿਫਤਾਰੀ ਹੁੰਦੀ ਆ ਉਹਨਾਂ ਦੀ ਤਾਂ ਗ੍ਰਿਫਤਾਰੀ ਦੇ ਨਾਲ ਹੀ ਉਹਨਾਂ ਦੇ ਬੇਟੇ ਨੇ ਜਿਹੜੇ ਇਸ ਗੱਲ ਨੂੰ ਕੋਟ ਕਰਦੇ ਨੇ ਕਿ ਸੁਪਰੀਮ ਕੋਰਟ ਦੀ ਗੱਲ ਹੁੰਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕੀ ਸੀ ਉਹ ਮਾਇਨੇ ਸਮਝਣੇ ਸੀ ਤੇ ਦੂਜੇ ਪਾਸੇ ਇਹ ਕਿ ਆਖਰ ਹੈ ਕੀ ਸਿਰ, ਕਿਉਂਕਿ ਆਮ ਤੌਰ ਤੇ ਜਦੋਂ ਖਬਰਾਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਬਹੁਤੇ ਡਿਟੇਲਾਂ ਤੋਂ ਹਟ ਕੇ ਇਹ ਚੀਜ਼ ਹੁੰਦੀ ਹੈ ਕਿ ਗ੍ਰਿਫਤਾਰੀ ਹੋ ਗਈ ਸਿਆਸੀ ਤੌਰ ਤੇ ਹੈ, ਪਰ ਐਕਚੁਅਲ ਫੈਕਟ ਕੀ ਨੇਗੇ ਉਹ ਸਮਝਣ ਦੀ ਲੋੜ ਹੈ ਤੇ ਲੋਕਾਂ ਨੂੰ ਪੂਰਾ ਮਾਮਲਾ ਪਤਾ ਲੱਗ ਜੇ ਕਿਤੇ ਨਾ ਕਿਤੇ, ਕਿਉਂਕਿ ਇੱਕ ਖੁੱਲੇ ਸਮੇਂ ਤੋਂ ਬਿਨਾਂ ਲੱਗਦਾ ਵੀ ਸ਼ਾਇਦ तमाम ਫੈਕਟਾਂ ਦੇ ਉੱਤੇ ਗੱਲ ਨਹੀਂ ਹੋ ਸਕਦੀ ਹੁੰਦੀ। ਸੀਨੀਅਰ ਵੀਡੀਓ ਜਰਨਲਿਸਟ ਵਿੰਤੇਜ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।